ਹੈਲੋ ਡੀਅਰ ਸਟੂਡੈਂਟਸ, ਜਿਹੜੀ ਆਪਣੀ ਲਾਸਟ ਵੀਡੀਓ ਸੀ ਉਹਦੇ ਵਿੱਚ ਆਪਾਂ ਯੂਨਿਟ 1 ਦੇ ਵਿੱਚੋਂ 20 MCQ ਕੁਐਸਚਨਸ ਨੂੰ ਡਿਸਕਸ ਕੀਤਾ ਸੀ। ਸਿਮਿਲਰਲੀ ਆਪਣੀ ਆਹ ਵਾਲੀ ਵੀਡੀਓ ਦੇ ਵਿੱਚ ਆਪਾਂ ਯੂਨਿਟ 2 ਦੇ 20 MCQ ਕੁਐਸਚਨਸ ਨੂੰ ਡਿਸਕਸ ਕਰਨ ਲੱਗੇ ਹਾਂ। ਸੋ ਲੈਟਸ ਸਟਾਰਟ ਦਿਸ ਵੀਡੀਓ। The name of the second unit is kinematics, and this is our first question. Which of the following Cartesian coordinate system is not followed in physics? Physics 'ਚ ਆਪਾਂ always use ਕਰਦੇ ਹੁੰਦੇ ਆ right handed coordinate system ਨੂੰ। right handed coordinate system ਦਾ ਵੈਸੇ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਆਪਣੇ right hand ਨੂੰ use ਕਰਕੇ ਆਪਣੀਆਂ ਫਿੰਗਰਸ ਨੂੰ x ਐਕਸਿਸ ਦੇ ਵੱਲ ਪੁਆਇੰਟ ਕਰੋ ਸਭ ਤੋਂ ਪਹਿਲਾਂ। ਦੈਟ ਮੀਨਸ ਸਭ ਤੋਂ ਪਹਿਲਾਂ ਫੋਰ ਐਗਜ਼ਾਮਪਲ ਜੇ ਮੈਂ ਪਹਿਲੇ ਕੇਸ ਦੀ ਗੱਲ ਕਰਾਂ ਆਪਸ਼ਨ ਨੰਬਰ ਏ ਦੀ, x ਐਕਸਿਸ ਇਜ਼ ਟੂਵਰਡਸ yourself and then ਆਪਣੀਆਂ ਫਿੰਗਰਸ ਨੂੰ ਕਰਲ ਕਰੋ ਟੂਵਰਡਸ ਦਾ y axis, that means towards the right hand side. then you can clearly see ਕਿ ਜਿਹੜਾ ਤੁਹਾਡਾ ਥੰਬ ਹੈ ਉਹ ਕਿਸ ਡਾਇਰੈਕਸ਼ਨ 'ਚ ਪੁਆਇੰਟ ਕਰ ਰਿਹਾ ਹੈ, ਟੂਵਰਡਸ ਦਾ z axis. ਜੇ ਇੱਦਾਂ ਹੁੰਦਾ ਹੈ that means ਜੇ x ਤੋਂ ਸਟਾਰਟ ਕਰਕੇ y ਦੇ ਵੱਲ ਆਪਣੀਆਂ ਫਿੰਗਰਸ ਨੂੰ ਕਰਲ ਕਰਨ ਦੇ ਉੱਤੇ ਜਿਹੜਾ ਤੁਹਾਡਾ ਥੰਬ ਹੈ ਉਹ ਕਰੈਕਟ ਡਾਇਰੈਕਸ਼ਨ ਦਿੰਦਾ ਹੈ z ਦੀ, that means ਕਿ ਆ ਜਿਹੜਾ ਕੋਆਰਡੀਨੇਟ ਸਿਸਟਮ ਹੈ that is a right handed coordinate system, ਬਿਕੋਜ਼ ਇਹਦੇ ਵਿੱਚ ਜਿਹੜਾ z axis ਹੈ ਉਹਦੀ ਡਾਇਰੈਕਸ਼ਨ ਤੁਹਾਨੂੰ ਰਾਈਟ ਹੈਂਡ ਥੰਬ ਰੂਲ ਦੇ ਨਾਲ ਪ੍ਰੋਪਰਲੀ ਪਤਾ ਲੱਗ ਰਹੀ ਹੈ। ਠੀਕ ਹੈ, ਸੋ ਰਾਈਟ ਹੈਂਡਡ ਕੋਆਰਡੀਨੇਟ ਸਿਸਟਮ ਜਿੱਥੇ ਵੀ ਆਏਗਾ ਉਹਨੂੰ ਆਪਾਂ ਫਿਜ਼ਿਕਸ 'ਚ ਯੂਜ਼ ਕਰਾਂਗੇ, ਜਿੱਥੇ ਲੈਫਟ ਹੈਂਡਡ ਕੋਆਰਡੀਨੇਟ ਸਿਸਟਮ ਆ ਜਾਏਗਾ ਉਹਨੂੰ ਆਪਾਂ ਫਿਜ਼ਿਕਸ 'ਚ ਯੂਜ਼ ਨਹੀਂ ਕਰਾਂਗੇ। ਐਜ਼ ਯੂ ਕੈਨ ਸੀ ਆਪਸ਼ਨ ਨੰਬਰ ਡੀ, ਆਪਸ਼ਨ ਨੰਬਰ ਡੀ ਰਾਈਟ ਹੈਂਡਡ ਕੋਆਰਡੀਨੇਟ ਸਿਸਟਮ ਨਹੀਂ ਹੈ, ਆਪਸ਼ਨ ਡੀ ਇਜ਼ ਲੈਫਟ ਹੈਂਡਡ ਕੋਆਰਡੀਨੇਟ ਸਿਸਟਮ। ਦੇਖੋ ਜੇ ਤੁਸੀਂ ਲੈਫਟ ਹੈਂਡ ਨੂੰ ਹੁਣ ਯੂਜ਼ ਕਰੋ, ਸਭ ਤੋਂ ਪਹਿਲਾਂ ਫਿੰਗਰਸ ਨੂੰ x ਐਕਸਿਸ ਦੇ ਵੱਲ ਪੁਆਇੰਟ ਕਰੋ, ਦੈਟ ਮੀਨਸ ਟੂਵਰਡਸ ਯੂ, ਐਂਡ ਦੈਨ ਇਹਨੂੰ ਕਰਲ ਕਰੋ ਟੂਵਰਡਸ ਅਪਵਰਡਸ। ਠੀਕ ਹੈ, ਸੋ ਕੁਝ ਇਸ ਤਰੀਕੇ ਨਾਲ ਦੇਖੋ, ਪਹਿਲਾਂ ਸਭ ਤੋਂ ਪਹਿਲਾਂ ਲੈਟਸ ਸਪੋਜ਼ ਤੁਸੀਂ ਆਪਣੇ ਵੱਲ ਪੁਆਇੰਟ ਕਰ ਲਈਆਂ ਆਪਣੀਆਂ ਫਿੰਗਰਸ, ਐਂਡ ਦੈਨ ਉੱਪਰ ਵੱਲ ਨੂੰ ਜੇ ਤੁਸੀਂ ਕਰਲ ਕਰੋਗੇ ਤਾਂ ਥੰਬ ਦੇਖੋ ਕਿਹੜੀ ਡਾਇਰੈਕਸ਼ਨ 'ਚ ਪੁਆਇੰਟ ਕਰ ਰਿਹਾ ਹੈ। ਅੱਛਾ ਬਾਏ ਦਾ ਵੇ ਇਸ ਇਮੇਜ ਦੇ ਵਿੱਚ ਜਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਲਟਾ ਦਿਖ ਰਿਹਾ ਹੋਊਗਾ ਸਾਰਾ ਕੁਝ, ਰਾਈਟ। ਸੋ ਖੁਦ ਨਾਲ ਦੀ ਨਾਲ ਇਸ ਚੀਜ਼ ਨੂੰ ਕਰਕੇ ਦੇਖਿਓ, ਸੋ ਅੰਡਰਸਟੈਂਡਿੰਗ ਤੁਹਾਨੂੰ ਹੁੰਦੀ ਰਹੇ, ਬਿਕੋਜ਼ ਜਿਹੜੀ ਵੀਡੀਓ ਹੁੰਦੀ ਉਹ ਫਲਿਪਡ ਹੁੰਦੀ ਹੈ, ਰਾਈਟ। ਸੋ ਸਭ ਤੋਂ ਪਹਿਲਾਂ ਤੁਸੀਂ ਲੈਫਟ ਹੈਂਡ ਨੂੰ ਯੂਜ਼ ਕਰਕੇ ਆਪਣੇ ਵੱਲ ਪੁਆਇੰਟ ਕੀਤਾ, ਬਿਕੋਜ਼ ਆ ਐਕਸ ਐਕਸਿਸ ਟੂਵਰਡਸ ਯੂ ਪੁਆਇੰਟ ਕਰ ਰਹੀ ਹੈ, ਰਾਈਟ। ਦੈਨ ਆਪਣੀਆਂ ਫਿੰਗਰਸ ਨੂੰ ਉੱਪਰ ਵੱਲ ਇਸ ਤਰੀਕੇ ਨਾਲ ਕਰਲ ਜਦੋਂ ਆਪਾਂ ਕੀਤਾ ਤਾਂ ਜਿਹੜਾ ਆਪਣਾ ਥੰਬ ਹੈ ਉਹ ਹੁਣ ਕਰੈਕਟ ਡਾਇਰੈਕਸ਼ਨ ਦੇ ਰਿਹਾ ਹੈ ਜ਼ੈਡ ਦੀ, ਬਟ ਦੇਖੋ ਕਿ ਆਪਾਂ ਹੁਣ ਹੈਂਡ ਕਿਹੜਾ ਯੂਜ਼ ਕਰ ਰਹੇ ਹਾਂ, ਵੀ ਆਰ ਯੂਜ਼ਿੰਗ ਲੈਫਟ ਹੈਂਡ। ਸੋ ਦੈਟ ਮੀਨਸ ਕਿ ਜਿਹੜਾ ਆਹ ਵਾਲਾ ਕੋਆਰਡੀਨੇਟ ਸਿਸਟਮ ਹੈ ਦਿਸ ਇਜ਼ ਅ ਲੈਫਟ ਹੈਂਡਡ ਕੋਆਰਡੀਨੇਟ ਸਿਸਟਮ, ਰਾਈਟ। ਬੀ ਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ, ਸੀ ਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ, ਏ ਬੀ ਐਂਡ ਸੀ ਤਿੰਨੋਂ ਹੀ ਰਾਈਟ ਹੈਂਡਡ ਕੋਆਰਡੀਨੇਟ ਸਿਸਟਮ ਨੇ। ਸੋ ਆਪਾਂ ਏ ਨੂੰ ਵੀ ਯੂਜ਼ ਕਰਦੇ ਹਾਂ, ਬੀ ਨੂੰ ਵੀ ਯੂਜ਼ ਕਰਦੇ ਹਾਂ, ਸੀ ਨੂੰ ਵੀ ਯੂਜ਼ ਕਰਦੇ ਹਾਂ, ਬਟ ਉਹਨੇ ਪੁੱਛਿਆ ਕਿਹੜਾ ਕੋਆਰਡੀਨੇਟ ਸਿਸਟਮ ਨਹੀਂ ਯੂਜ਼ ਕਰਦੇ, ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ, ਬਿਕੋਜ਼ ਇਹ ਇੱਕ ਲੈਫਟ ਹੈਂਡਡ ਕੋਆਰਡੀਨੇਟ ਸਿਸਟਮ ਹੈ। ਦਿਸ ਇਜ਼ ਦ ਸੈਕੰਡ ਕੁਐਸਚਨ, ਆਈਡੈਂਟੀਫਾਈ ਦਾ ਯੂਨਿਟ ਵੈਕਟਰ ਇਨ ਦਾ ਫੋਲੋਇੰਗ। ਦੇਖੋ ਯੂਨਿਟ ਵੈਕਟਰ ਕੀ ਹੁੰਦਾ ਹੈ, ਇੱਦਾਂ ਦਾ ਵੈਕਟਰ ਜਿਹਦਾ ਮੈਗਨੀਟਿਊਡ ਕੀ ਹੋਵੇ 1 ਹੋਵੇ। ਸੋ ਆਪਾਂ ਨੂੰ ਕੀ ਚੈੱਕ ਕਰਨਾ ਪਏਗਾ, ਕੱਲੇ ਵੈਕਟਰ ਦਾ ਮੈਗਨੀਟਿਊਡ ਕੈਲਕੂਲੇਟ ਦੇਖਣਾ ਪਏਗਾ, ਜਿਹਦਾ ਵੀ ਮੈਗਨੀਟਿਊਡ 1 ਆ ਗਿਆ ਦੈਟ ਵਿਲ ਬੀ ਦ ਯੂਨਿਟ ਵੈਕਟਰ। ਸਭ ਤੋਂ ਪਹਿਲਾਂ ਫਸਟ ਹੀ ਚੈੱਕ ਕਰ ਲੈਂਦੇ ਹਾਂ ਕਿੱਦਾਂ ਮੈਗਨੀਟਿਊਡ ਫਾਈਂਡ ਕਰਦੇ ਹੁੰਦੇ ਆਪਾਂ, ਅੰਡਰ ਰੂਟ ਸਭ ਤੋਂ ਪਹਿਲਾਂ ਆਹ ਵਾਲੀ ਟਰਮ ਦੇ ਕੋਐਫੀਸ਼ੀਐਂਟ ਦਾ ਸਕੁਅਰ, ਦੈਟ ਮੀਨਸ 1 ਦਾ ਸਕੁਅਰ, ਪਲੱਸ ਆਹ ਵਾਲੀ ਟਰਮ ਦੇ ਕੋਐਫੀਸ਼ੀਐਂਟ ਦਾ ਸਕੁਅਰ, ਦੈਟ ਮੀਨਸ 1 ਦਾ ਸਕੁਅਰ। ਕਲੀਅਰਲੀ ਦਿਖ ਰਿਹਾ ਇਹ ਤਾਂ 1 ਦੇ ਇਕੁਅਲ ਨਹੀਂ ਆਉਣ ਲੱਗਾ, ਬਿਕੋਜ਼ ਦਿਸ ਵਿਲ ਬੀ 1 + 1 ਅੰਡਰ ਰੂਟ 2। ਠੀਕ ਹੈ, ਸੋ ਆਪਸ਼ਨ ਏ ਤਾਂ ਇਨਕਰੈਕਟ ਹੋ ਗਿਆ, ਇਹ ਤਾਂ ਇੱਕ ਯੂਨਿਟ ਵੈਕਟਰ ਨਹੀਂ ਹੈ। ਲੈਟਸ ਸੀ ਆਪਸ਼ਨ ਨੰਬਰ ਬੀ, ਰਾਈਟ। 1/√2 ਜਿਹੜਾ ਹੈਗਾ ਉਹ ਤਾਂ ਕੌਨਸਟੈਂਟ ਨੰਬਰ ਹੈ, ਉਹ ਬਾਹਰ ਹੀ ਰਹੇਗਾ। ਅੰਦਰ ਬ੍ਰੈਕਟ ਦੇ ਵਿੱਚ ਅੰਡਰ ਰੂਟ ਸਭ ਤੋਂ ਪਹਿਲਾਂ ਆਈ ਦੇ ਕੋਐਫੀਸ਼ੀਐਂਟ ਦਾ ਸਕੁਅਰ, ਸੋ 1 ਦਾ ਸਕੁਅਰ, ਪਲੱਸ ਹੋਰ ਕੋਈ ਟਰਮ ਤਾਂ ਹੈ ਹੀ ਨਹੀਂ, ਅਦਰਵਾਈਜ਼ ਉਹਦੇ ਵੀ ਕੋਐਫੀਸ਼ੀਐਂਟ ਦਾ ਸਕੁਅਰ ਆਪਾਂ ਕਰਨਾ ਸੀਗਾ। 1 ਦਾ ਸਕੁਅਰ ਇਜ਼ 1, ਸੋ ਇਹ ਵੀ ਤੁਸੀਂ ਕਲੀਅਰਲੀ ਦੇਖ ਰਹੇ ਹੋ ਕਿ ਇਸ ਕੇਸ 'ਚ ਵੀ ਆਪਣਾ ਆਂਸਰ ਜਿਹੜਾ ਹੈਗਾ ਉਹ 1 ਦੇ ਇਕੁਅਲ ਨਹੀਂ ਆਇਆ, ਦਿਸ ਇਜ਼ ਬੇਸਿਕਲੀ 1/√2, ਸੋ ਆਪਸ਼ਨ ਨੰਬਰ ਬੀ ਵੀ ਆਪਣਾ ਬਾਹਰ ਹੈ। ਆਪਸ਼ਨ ਸੀ ਦੇਖੋ ਥੋੜਾ ਜਿਹਾ ਕੰਪਲੈਕਸ ਦੇਖਣ 'ਚ ਲੱਗ ਰਿਹਾ, ਤਾਂ ਸਭ ਤੋਂ ਪਹਿਲਾਂ ਆਪਾਂ ਆਪਸ਼ਨ ਡੀ ਨੂੰ ਚੈੱਕ ਕਰ ਲੈਂਦੇ ਹਾਂ। ਠੀਕ ਹੈ, ਇੱਥੋਂ ਆਪਾਂ ਨੂੰ ਆਈਡੀਆ ਹੋ ਜਾਏਗਾ। ਆਪਸ਼ਨ ਡੀ ਪਹਿਲਾਂ ਆਪਾਂ ਸੋਲਵ ਕਰਕੇ ਦੇਖਾਂਗੇ। 1/√2 ਜਿਹੜਾ ਨੀਚੇ ਡਿਨੋਮੀਨੇਟਰ 'ਚ ਪਿਆ ਉਹਨੂੰ ਮੈਂ ਬਾਹਰ ਰੱਖਿਆ, ਬਿਕੋਜ਼ ਦਿਸ ਇਜ਼ ਅ ਕੌਨਸਟੈਂਟ ਨੰਬਰ। ਦੈਨ ਅੰਡਰ ਰੂਟ ਸਭ ਤੋਂ ਪਹਿਲਾਂ ਆਈ ਦੇ ਕੋਐਫੀਸ਼ੀਐਂਟ ਦਾ ਸਕੁਅਰ, ਆਈ ਦੇ ਨਾਲ ਕੁਝ ਵੀ ਨਹੀਂ ਹੈ, ਸੋ 1 ਦਾ ਸਕੁਅਰ, ਪਲੱਸ ਜੇ ਦੇ ਕੋਐਫੀਸ਼ੀਐਂਟ ਦਾ ਸਕੁਅਰ, ਸੋ 1 ਦਾ ਸਕੁਅਰ। ਹੁਣ ਦੇਖੋ ਜ਼ਰਾ ਕਿੰਨਾ ਆਪਣਾ ਆਏਗਾ, 1/√2 ਅੰਦਰ ਅੰਡਰ ਰੂਟ 1 ਦਾ ਸਕੁਅਰ 1 ਪਲੱਸ 1 ਦਾ ਸਕੁਅਰ 1, 1 + 1 ਹੋ ਜਾਏਗਾ 2, ਅੰਡਰ√2 ਨਾਲ ਅੰਡਰ√2 ਕੈਂਸਲੇਸ਼ਨ ਹੋ ਜਾਏਗੀ, ਐਂਡ ਦੇਖੋ ਆਪਣਾ ਆਂਸਰ ਆ ਰਿਹਾ 1, ਦੈਟ ਮੀਨਸ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਜਿਹੜਾ ਆਹ ਵਾਲਾ ਵੈਕਟਰ ਹੈ i cap plus j cap divided by √2, this is a unit vector, because ਇਹਦਾ ਮੈਗਨੀਟਿਊਡ ਦੀ ਵੈਲਿਊ ਕਿੰਨੀ ਆ ਰਹੀ ਹੈ 1। ਥਰਡ ਕੁਐਸਚਨ, which one of the following physical quantities cannot be represented by a scalar? that means simply ਕਿਹੜੀ ਇੱਕ ਵੈਕਟਰ ਕੁਆਂਟੀ ਹੈ, ਇੰਡਾਇਰੈਕਟਲੀ ਉਹਨੇ ਇਹ ਪੁੱਛਿਆ ਹੋਇਆ। ਮਾਸ ਇੱਕ ਸਕੇਲਰ ਹੈ, ਸੋ ਇਹ ਤਾਂ ਆਪਸ਼ਨ ਤੋਂ ਬਾਹਰ। ਲੈਂਥ ਵੀ ਇੱਕ ਸਕੇਲਰ ਹੈ, ਰਾਈਟ, ਬਟ ਮੋਮੈਂਟਮ ਇਜ਼ ਅ ਵੈਕਟਰ ਕੁਆਂਟੀ, ਸੋ ਆਫ ਕੋਰਸ ਇਹੀ ਕਰੈਕਟ ਆਂਸਰ ਹੋਏਗਾ। ਲਾਸਟ ਉਹਨੇ ਕਿਹਾ ਹੈ ਮੈਗਨੀਟਿਊਡ ਆਫ ਐਸਲਰੇਸ਼ਨ, ਆਲਦੋ ਐਸਲਰੇਸ਼ਨ ਇੱਕ ਵੈਕਟਰ ਕੁਆਂਟੀ ਹੈ, ਬਟ ਜਦੋਂ ਆਪਾਂ ਉਹਦੇ ਮੈਗਨੀਟਿਊਡ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਡਾਇਰੈਕਸ਼ਨ ਨਹੀਂ ਦੱਸ ਰਹੇ, ਸਿਰਫ ਉਹਦੇ ਮੈਗਨੀਟਿਊਡ ਦੀ ਗੱਲ ਕਰ ਰਹੇ ਹਾਂ। ਫੋਰ ਐਗਜ਼ਾਮਪਲ ਜੇ ਆਪਾਂ ਐਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ ਗੱਲ ਕਰੀਏ 9.8 ਮੀਟਰ
पर सेकेंड स्क्वायर। ਆਪਾਂ नहीं दस रहे टूवर्ड्स सेंटर ऑफ अर्थ या वर्टिकली डाउनवर्ड्स, जे सिर्फ इन्ना नंबर लिखा होया तो ऑफकोर्स इट इज़ जस्ट अ स्केलर क्वांटिटी, ठीक है। सो लास्ट वाला ऑप्शन भी गलत हो जाएगा। ऑप्शन नंबर सी इज़ द राइट आंसर, बिकॉज ਜਿਹੜਾ ਲੀਨੀਅਰ ਮੋਮੈਂਟਮ ਹੁੰਦਾ ਦਿਸ ਇਜ਼ ਅ ਵੈਕਟਰ ਕੁਆਂਟੀ, ਐਂਡ ਆਫ ਕੋਰਸ ਇੱਕ ਵੈਕਟਰ ਨੂੰ ਇੱਕ ਸਕੇਲਰ ਦੇ ਤੌਰ ਤੇ ਆਪਾਂ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ, ਠੀਕ ਹੈ। फोर्थ क्वेश्चन, इफ अ पार्टिकल हैज़ नेगेटिव वेलोसिटी एंड नेगेटिव एक्सेलरेशन इट्स स्पीड इंक्रीजेस। ये तो आप क्लास 'ਚ ਵੀ ਇੱਕ ਵਾਰੀ डिस्कस ਕੀਤਾ ਸੀਗਾ, ਨੋਟਸ ਦੇ ਵਿੱਚ ਵੀ ਮੈਂਸ਼ਨਡ ਹੈ ਕਿ ਜੇ ਪਾਰਟੀਕਲ ਦੀ ਵੈਲੋਸਿਟੀ ਦਾ ਸਾਈਨ ਐਂਡ ਐਕਸਲਰੇਸ਼ਨ ਦਾ ਸਾਈਨ ਐਗਜ਼ੈਕਟਲੀ ਇਕੁਅਲ ਹੋਵੇ ਤਾਂ ਉਸ ਬੋਡੀ ਦੀ ਜਿਹੜੀ ਸਪੀਡ ਹੁੰਦੀ ਹੈ ਉਹ ਇਨਕਰੀਜ਼ ਹੋ ਰਹੀ ਹੁੰਦੀ ਹੈ। ਫੋਰ ਐਗਜ਼ਾਮਪਲ ਲੈਟਸ ਸਪੋਜ਼ ਮੈਂ ਕਹਦਾ ਕਿ ਬੋਡੀ ਦੀ ਵੈਲੋਸਿਟੀ ਜਿਹੜੀ ਹੈਗੀ ਹੈ ਦੈਟ ਇਜ਼ ਪੋਜ਼ਿਟਿਵ 5 ਮੀਟਰ ਪਰ ਸੈਕਿੰਡ ਐਂਡ ਬੋਡੀ ਦੀ ਐਕਸਲਰੇਸ਼ਨ ਹੈਗੀ ਹੈ -1 ਮੀਟਰ ਪਰ ਸੈਕਿੰਡ। ਇਸ ਕੇਸ 'ਚ ਦੇਖ ਰਹੇ ਹੋ ਤੁਸੀਂ ਦੋਨਾਂ ਦਾ ਸਾਈਨ ਡਿਫਰੈਂਟ ਹੈ, ਵੈਲੋਸਿਟੀ ਪੋਜ਼ਿਟਿਵ ਹੈ, ਐਕਸਲਰੇਸ਼ਨ ਨੈਗੇਟਿਵ ਹੈ। ਇੱਦਾਂ ਦੇ ਕੇਸ 'ਚ ਬੋਡੀ ਕੀ ਹੋਏਗੀ, ਸਲੋ ਡਾਊਨ। ਲੇਕਿਨ ਆਹੀ ਜੇ ਮੈਂ ਐਕਸਲਰੇਸ਼ਨ ਵੀ ਪੋਜ਼ਿਟਿਵ ਕਰਦਾ, ਹੁਣ ਵੈਲੋਸਿਟੀ ਐਂਡ ਐਕਸਲਰੇਸ਼ਨ ਦੋਨਾਂ ਦਾ ਸਾਈਨ ਸੇਮ ਹੈ, ਰਾਈਟ। ਇੱਦਾਂ ਦੇ ਕੇਸ 'ਚ ਜਿਹੜਾ ਪਾਰਟੀਕਲ ਹੈ ਜਾਂ ਜਿਹੜੀ ਵੀ ਬੋਡੀ ਹੈ ਉਹਦੀ ਸਪੀਡ ਕੀ ਹੋਏਗੀ, ਇਨਕਰੀਜ਼ ਕਰੇਗੀ। ਸਿਮਿਲਰਲੀ ਜੇ ਦੋਨੋਂ ਨੈਗੇਟਿਵ ਨੇ ਸਟਿਲ ਦੋਨਾਂ ਦਾ ਸਾਈਨ ਬੇਸਿਕਲੀ ਸੇਮ ਹੋਣਾ ਚਾਹੀਦਾ, ਚਾਹੇ ਦੋਨੋਂ ਪੋਜ਼ਿਟਿਵ ਚਾਹੇ ਦੋਨੋਂ ਨੈਗੇਟਿਵ। ਜੇ ਦੋਨਾਂ ਦਾ ਹੀ ਸਾਈਨ ਸੇਮ ਹੈ ਵੈਲੋਸਿਟੀ ਐਂਡ ਐਕਸਲਰੇਸ਼ਨ ਦਾ, ਉੱਦਾਂ ਦੇ ਕੇਸ 'ਚ ਬੋਡੀ ਦੀ ਸਪੀਡ ਆਲਵੇਜ਼ ਕੀ ਕਰੇਗੀ, ਇਨਕਰੀਜ਼ ਕਰੇਗੀ, ਠੀਕ ਹੈ। ਸੇਮ ਕੁਐਸਚਨ ਦੈਟ ਮੀਨਸ ਜਿੱਥੇ ਲਿਖਿਆ ਹੁੰਦਾ ਅ ਪਾਰਟੀਕਲ ਹੈਜ਼ ਪੋਜ਼ਿਟਿਵ ਵੈਲੋਸਿਟੀ ਐਂਡ ਪੋਜ਼ਿਟਿਵ ਐਕਸਲਰੇਸ਼ਨ, ਤਾਂ ਵੀ ਆਂਸਰ ਜਿਹੜਾ ਆਪਣਾ ਹੋਣਾ ਸੀਗਾ ਕੁਐਸਚਨ ਦਾ ਸੇਮ ਹੀ ਹੋਣਾ ਸੀਗਾ, ਇਟਸ ਸਪੀਡ ਇਨਕਰੀਜ਼ਸ। Question number 5, what does the area under the acceleration time graph represent for any given time interval? So acceleration and time ਦਾ ਆਪਾਂ ਨੂੰ graph given ਹੈ, let's say this is the time and ਇੱਥੇ ਆਪਾਂ ਨੂੰ acceleration ਦੱਸੀ ਹੋਈ ਹੈ, right? And let's suppose ਕਿ ਕੁਛ ਇਸ ਤਰੀਕੇ ਦਾ graph ਹੈ, right? ਹੁਣ ਆਪਾਂ ਦੱਸਣਾ ਹੈ ਕਿ ਕਿਹੜਾ correct answer ਸਹੀ ਹੈ, ਕਿ ਇਸ particular ਜਿਹੜਾ area ਆਪਣਾ ਆ ਰਿਹਾ ਹੈ, let me use some other color, ਜਿਹੜਾ ਆਹ ਵਾਲਾ ਏਰੀਆ ਹੈ, ਏਰੀਆ ਅੰਡਰ ਦਾ ਐਸਲੇਸ਼ਨ ਟਾਈਮ ਗ੍ਰਾਫ, ਇਹ ਤੋਂ ਆਪਾਂ ਨੂੰ ਕਿਸ ਚੀਜ਼ ਦੀ ਜਾਣਕਾਰੀ ਮਿਲੇਗੀ। ਦੇਖੋ ਇਹਨੂੰ ਆਪਾਂ ਇੱਦਾਂ ਦੇਖੋ, ਜਦੋਂ ਵੀ ਆਪਾਂ ਗੱਲ ਕੀਤੀ ਸੀ ਕਿ ਏਰੀਆ ਜਦੋਂ ਆਪਾਂ ਕੈਲਕੂਲੇਟ ਕਰਨਾ ਹੋਵੇ ਕਿਸੇ ਵੀ ਪਰਟੀਕੂਲਰ ਇੱਦਾਂ ਲੈਟਸ ਸੇ ਕੋਈ ਗ੍ਰਾਫ ਆਪਾਂ ਨੂੰ ਦਿੱਤਾ ਹੋਇਆ ਕਾਈਨੈਮੈਟਿਕਸ ਦਾ ਐਂਡ ਤੁਹਾਨੂੰ ਪੁੱਛਿਆ ਹੋਇਆ ਕਿ ਏਰੀਆ ਅੰਡਰ ਐਸਲੇਸ਼ਨ ਟਾਈਮ ਗ੍ਰਾਫ ਜਾਂ ਏਰੀਆ ਅੰਡਰ ਦਾ ਵੈਲੋਸਿਟੀ ਟਾਈਮ ਗ੍ਰਾਫ, ਏਰੀਆ ਅੰਡਰ ਦਾ ਡਿਸਪਲੇਸਮੈਂਟ ਟਾਈਮ ਗ੍ਰਾਫ, ਇਸ ਚੀਜ਼ ਤੋਂ ਕਾਹਦੀ ਜਾਣਕਾਰੀ ਮਿਲਦੀ ਹੈ, ਤਾਂ ਕੀ ਕਰਨਾ ਹੁੰਦਾ, ਜਸਟ ਮਲਟੀਪਲਾਈ ਦੀਸ ਟੂ ਕੁਆਂਟੀਟੀਜ਼ ਐਂਡ ਉੱਥੋਂ ਆਪਾਂ ਨੂੰ ਸਰਟਨ ਆਈਡੀਆ ਮਿਲ ਜਾਂਦਾ ਕਿ ਐਸਲਰੇਸ਼ਨ ਇਨਟੂ ਟਾਈਮ ਕਿਸ ਚੀਜ਼ ਦੇ ਇਕੁਅਲ ਹੁੰਦਾ, ਰਾਈਟ। ਐਸਲਰੇਸ਼ਨ ਇਨਟੂ ਟਾਈਮ ਕਿਸ ਚੀਜ਼ ਦੇ ਇਕੁਅਲ ਹੁੰਦਾ, ਕਿਵੇਂ ਪਤਾ ਲੱਗੇਗਾ, ਦੇਖੋ ਇੱਕ ਤੁਸੀਂ ਇਕੁਏਸ਼ਨ ਆਫ ਮੋਸ਼ਨ ਪੜ੍ਹੀ ਹੋਣੀ, v ਮਾਈਨਸ u ਇਜ਼ ਇਕੁਅਲਸ ਟੂ at ਜਾਂ v ਇਜ਼ ਇਕੁਅਲਸ ਟੂ u ਪਲਸ at, ਰਾਈਟ। ਉਹਨੂੰ ਥੋੜਾ ਜਿਹਾ ਮੈਂ ਰੀਅਰੇਂਜ ਕਰਕੇ ਇੱਦਾਂ ਲਿਖਿਆ ਹੋਇਆ, ਕਲੀਅਰਲੀ ਤੁਹਾਨੂੰ ਦਿਖ ਰਿਹਾ ਕਿ ਜਿਹੜਾ at ਹੈ ਮਤਲਬ ਆਹ ਦੋ ਕੁਆਂਟੀਜ਼ ਦਾ ਜਿਹੜਾ ਮਲਟੀਪਲ ਹੈ, ਜਿਹੜਾ ਪ੍ਰੋਡਕਟ ਹੈ, ਉਹ ਕਾਹਦੇ ਇਕੁਅਲ ਆ ਰਿਹਾ, v ਮਾਈਨਸ u ਦੇ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਦੇ। ਦੈਟ ਮੀਨਸ ਟੋਟਲ ਵੈਲੋਸਿਟੀ ਦੇ ਵਿੱਚ ਕਿੰਨਾ ਚੇਂਜ ਆਇਆ, ਇਹ ਆਪਾਂ ਨੂੰ ਪਤਾ ਲੱਗੇਗਾ ਇਸ ਏਰੀਆ ਤੋਂ। ਸੋ ਚੇਂਜ ਇਨ ਵੈਲੋਸਿਟੀ ਦੇਖ ਲਓ ਕਿਹੜਾ ਕਰੈਕਟ ਆਂਸਰ ਹੈ, ਆਪਸ਼ਨ ਨੰਬਰ ਸੀ, ਚੇਂਜ ਇਨ ਵੈਲੋਸਿਟੀ ਇਨ ਦਾ ਟਾਈਮ ਇੰਟਰਵਲ। ਉਸ ਪਰਟੀਕੂਲਰ ਟਾਈਮ ਇੰਟਰਵਲ ਦੇ ਵਿੱਚ ਬੋਡੀ ਦੀ ਵੈਲੋਸਿਟੀ ਦੇ ਵਿੱਚ ਟੋਟਲ ਕਿੰਨਾ ਚੇਂਜ ਆਇਆ ਸੀਗਾ, ਇਹ ਆਪਾਂ ਨੂੰ ਪਤਾ ਲੱਗੇਗਾ ਫਰੋਮ ਦਾ ਏਰੀਆ ਅੰਡਰ ਦਾ ਐਸਲੇਸ਼ਨ ਟਾਈਮ ਗ੍ਰਾਫ। Question number 6, when can we say that the resultant of two vectors is maximum? ਇਹ ਤਾਂ ਕਾਫੀ ਸਿੰਪਲ ਕੁਐਸਚਨ ਹੈ। ਦੋ ਵੈਕਟਰਸ ਜਦੋਂ ਸੇਮ ਡਾਇਰੈਕਸ਼ਨ ਦੇ ਵਿੱਚ ਪੁਆਇੰਟ ਕਰਦੇ ਨੇ ਉਦੋਂ ਉਹਨਾਂ ਦਾ ਰਿਜ਼ਲਟੈਂਟ ਮੈਕਸਿਮਮ ਹੁੰਦਾ ਹੈ। ਫੋਰ ਐਗਜ਼ਾਮਪਲ ਮੰਨ ਲਓ ਦੋ ਫੋਰਸਿਸ ਨੇ, ਪਹਿਲੀ ਹੈਗੀ ਹੈ 4 ਨਿਊਟਨ ਦੀ, ਦੂਸਰੀ ਹੈਗੀ ਹੈ 6 ਨਿਊਟਨ ਦੀ। ਜੇ ਦੋਨਾਂ ਦੀ ਡਾਇਰੈਕਸ਼ਨ ਸੇਮ ਹੈ ਦੈਨ ਦੋਨੋਂ ਐਡ ਅਪ ਹੋ ਜੂਗੇ ਡਾਇਰੈਕਟਲੀ ਐਂਡ ਓਵਰਆਲ ਜਿਹੜਾ ਰਿਜ਼ਲਟੈਂਟ ਆਏਗਾ ਆਪਣਾ ਕਿੰਨਾ ਹੋ ਜਾਏਗਾ, 10 ਨਿਊਟਨਸ ਦਾ। ਉਹੀ ਲੈਟਸ ਸਪੋਜ਼ ਜੇ ਤੁਹਾਨੂੰ ਪੁੱਛਿਆ ਵੀ ਮਿਨੀਮਮ ਕਦੋਂ ਹੋਊਗੇ ਦੋ ਵੈਕਟਰਸ ਦਾ ਰਿਜ਼ਲਟੈਂਟ, ਜਦੋਂ ਦੋਨੋਂ ਵੈਕਟਰਸ ਆਪੋਜ਼ਿਟ ਡਾਇਰੈਕਸ਼ਨ 'ਚ ਪੁਆਇੰਟ ਕਰ ਰਹੇ ਹੈ। ਫੋਰ ਐਗਜ਼ਾਮਪਲ ਮੰਨ ਲਓ 4 ਨਿਊਟਨ ਇਸ ਡਾਇਰੈਕਸ਼ਨ ਦੇ ਵਿੱਚ ਹੈ, 6 ਨਿਊਟਨਸ ਇਸ ਡਾਇਰੈਕਸ਼ਨ 'ਚ ਹੈ। ਉੱਦਾਂ ਦਾ ਕੇਸ 'ਚ ਓਵਰਆਲ ਜਿਹੜਾ ਰਿਜ਼ਲਟ ਹੋਏਗਾ ਦੈਟ ਵਿਲ ਬੀ ਫਾਊਂਡ ਆਊਟ ਬਾਈ ਸਬਟਰੈਕਟਿੰਗ ਦੀਸ ਟੂ ਨੰਬਰਸ। 6 ਨਿਊਟਨ ਦੇ ਵਿੱਚੋਂ 4 ਨਿਊਟਨ ਨੂੰ ਆਪਾਂ ਸਬਟਰੈਕਟ ਕਰ ਦਾਂਗੇ, ਦੈਟ ਮੀਨਸ ਓਵਰਆਲ 2 ਨਿਊਟਨ ਕਿਸ ਡਾਇਰੈਕਸ਼ਨ ਦੇ ਵਿੱਚ, ਟੂਵਰਡਸ ਦਾ ਲੈਫਟ ਹੈਂਡ ਸਾਈਡ, ਬਿਕੋਜ਼ ਲੈਫਟ ਹੈਂਡ ਸਾਈਡ ਵਾਲਾ ਜਿਹੜਾ ਵੈਕਟਰ ਹੈਗਾ 6 ਨਿਊਟਨਸ ਵਾਲਾ ਜਿਹੜਾ ਵੈਕਟਰ ਹੈ ਦੈਟ ਇਜ਼ ਗ੍ਰੇਟਰ ਦੈਨ ਦਾ 4 ਨਿਊਟਨ, ਰਾਈਟ। ਤੁਸੀਂ ਇਹ ਦੇਖਣਾ ਹੁੰਦਾ ਬੇਸਿਕਲੀ ਕਿ ਕਿਹਦੀ ਵੈਲਿਊ ਜ਼ਿਆਦਾ ਹੈ, ਰਾਈਟ। ਸੋ ਜੇ ਮੈਕਸਿਮਮ ਪੁੱਛਿਆ ਹੋਵੇ ਆਪਾਂ ਕੀ ਕਵਾਂਗੇ, ਸੇਮ ਡਾਇਰੈਕਸ਼ਨ ਦੇ ਵਿੱਚ ਪੁਆਇੰਟ ਕਰ ਰਹੇ ਨੇ ਉਦੋਂ ਮੈਕਸਿਮਮ ਰਿਜ਼ਲਟ ਹੋਏਗਾ। ਮਿਨੀਮਮ ਕਦੋਂ ਹੋਏਗਾ, ਜਦੋਂ ਦੋਨੋਂ ਵੈਕਟਰਸ ਆਪੋਜ਼ਿਟ ਡਾਇਰੈਕਸ਼ਨ 'ਚ ਪੁਆਇੰਟ ਕਰ ਰਹੇ ਨੇ। ਸੋ ਦੇਖੋ ਕਰੈਕਟ ਆਂਸਰ ਕਿਹੜਾ ਹੈ, ਮੈਕਸਿਮਮ ਪੁੱਛਿਆ ਸੀਗਾ when both the vectors are acting in the same direction, option number B. Question number 7, which of the following statement is true if a body moves in a semicircular track whose radius is r? So semicircular track ਹੈਗਾ ਕੁਛ ਇਸ ਤਰੀਕੇ ਦਾ, right? Radius ਆਪਾਂ ਨੂੰ given ਹੈ r. So let's say this is the center and r ਜਿਹੜਾ distance ਹੈ this is the radius capital R. ਹੁਣ ਕਿਹੜਾ ਆਪਸ਼ਨ ਇਹਨਾਂ ਚੋਂ ਕਰੈਕਟ ਹੈ ਨੂੰ ਆਪਾਂ ਦੇਖਣੇ ਆ। ਪਹਿਲਾ 2r is the displacement of the body। ਜੇ ਉਹ ਇੱਥੋਂ ਚੱਲਣਾ ਸ਼ੁਰੂ ਕੀਤਾ ਉਹਨੇ, ਮੰਨ ਲਓ this was the initial point and
ਆਹ ਵਾਲਾ ਪਾਰਟਿਕੂਲਰ ਪੁਆਇੰਟ ਹੁਣ ਉਹਦਾ ਫਾਈਨਲ ਪੁਆਇੰਟ ਹੈ। ਤਾਂ ਦੇਖੋ ਡਿਸਪਲੇਸਮੈਂਟ ਬੋਡੀ ਦੀ ਕਿੰਨੀ ਹੋਊਗੀ, ਦਿਸ ਇਜ਼ ਦਾ ਟੋਟਲ ਡਿਸਪਲੇਸਮੈਂਟ ਜਿਹੜੀ ਆ ਓਵਰਆਲ ਮੈਂ ਡਾਟਡ ਲਾਈਨ ਡਰਾ ਕੀਤੀ ਹੋਈ ਹੈ। ਇਫ ਦਿਸ ਇਜ਼ ਆਰ ਦੈਨ ਆਫ ਕੋਰਸ ਆਹ ਵਾਲੀ ਸਾਈਡ ਵੀ ਆਰ ਹੈ ਇੰਨਾ ਪਾਰਟ, ਠੀਕ ਹੈ। ਐਂਡ ਟੋਟਲ ਡਿਸਪਲੇਸਮੈਂਟ ਕਿਵੇਂ ਆਪਾਂ ਪਤਾ ਕਰਦੇ ਹੁੰਦੇ ਆ, ਇਨੀਸ਼ੀਅਲ ਪੁਆਇੰਟ ਤੋਂ ਲੈ ਕੇ ਫਾਈਨਲ ਪੁਆਇੰਟ ਦੀ ਟੋਟਲ ਦੂਰੀ, ਦੈਨ ਆਫ ਕੋਰਸ ਟੋਟਲ ਡਿਸਪਲੇਸਮੈਂਟ 2r ਬਣ ਰਹੀ ਹੈ। ਆਪਸ਼ਨ ਨੰਬਰ ਏ ਕਰੈਕਟ ਹੈ ਬਿਲਕੁਲ, ਰਾਈਟ। ਲੇਕਿਨ ਸਿੱਧਾ ਆਪਸ਼ਨ ਨੰਬਰ ਏ ਨੂੰ ਕਰੈਕਟ ਨਹੀਂ ਕਰ ਸਕਦੇ ਬਿਕੋਜ਼ ਇਹ ਵੀ ਆਪਾਂ ਨੂੰ ਚੈੱਕ ਕਰਨਾ ਪਏਗਾ, ਹੋ ਸਕਦਾ ਬੀ ਵੀ ਕਰੈਕਟ ਹੋਵੇ। ਲੈਟਸ ਸੀ ਬੀ ਆਪਸ਼ਨ 'ਚ ਕਹਿ ਰਿਹਾ ਪਾਈ ਇੰਟੂ ਆਰ ਇਜ਼ ਦਾ ਡਿਸਟੈਂਸ ਟਰੈਵਲਡ ਬਾਈ ਦਾ ਬੋਡੀ। ਟੋਟਲ ਬੋਡੀ ਨੇ ਕਿੰਨਾ ਡਿਸਟੈਂਸ ਟਰੈਵਲ ਕੀਤਾ, ਡਿਸਟੈਂਸ ਆ ਪੂਰੀ ਆਰਕ ਦੀ ਲੈਂਥ ਆਪਾਂ ਨੂੰ ਫਾਈਂਡ ਕਰਨੀ ਪਏਗੀ, ਉੱਥੋਂ ਆਪਾਂ ਨੂੰ ਡਿਸਟੈਂਸ ਆਏਗਾ। ਦੇਖੋ ਡਿਸਟੈਂਸ ਕਿਵੇਂ ਪਤਾ ਲੱਗੇਗਾ, ਜੇ ਪੂਰਾ ਸਰਕਲ ਹੁੰਦਾ ਦੈਨ ਟੋਟਲ ਡਿਸਟੈਂਸ ਟਰੈਵਲਡ ਕਿੰਨਾ ਹੋਣਾ ਸੀਗਾ 2πr, ਬਿਕੋਜ਼ ਪੂਰਾ ਸਰਕਮਫਰੈਂਸ ਬੋਡੀ ਨੇ ਕਵਰ ਕਰ ਲੈਣਾ ਸੀਗਾ। ਲੇਕਿਨ ਸੈਮੀ ਸਰਕਲ ਹੈ ਬਿਕੋਜ਼, ਸੋ 2πr ਦਾ ਆਪਾਂ ਹਾਫ ਕਰ ਦਾਂਗੇ, 2 ਨਾਲ 2 ਕੈਂਸਲ ਆਊਟ ਹੋ ਜਾਏਗਾ ਐਂਡ ਵੀ ਵਿਲ ਗੈਟ ਪਾਈ ਇੰਟੂ ਆਰ, ਟੋਟਲ ਡਿਸਟੈਂਸ ਇੰਨਾ ਬੋਡੀ ਨੇ ਟਰੈਵਲ ਕੀਤਾ। ਸੋ ਆਪਸ਼ਨ ਨੰਬਰ ਬੀ ਵੀ ਕਰੈਕਟ ਹੈ। ਸੋ ਇਸ ਕਰਕੇ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ, ਬੋਥ ਏ ਐਂਡ ਬੀ ਆਰ ਕਰੈਕਟ। Question number 8, the displacement in meters of a body varies with time in seconds as y is equals to t ਦਾ square minus t minus 2। डिस्प्लेसमेंट ਦੀ ਇਕੁਏਸ਼ਨ ਦਿੱਤੀ ਹੋਈ ਹੈ ਐਂਡ ਪੁੱਛਿਆ ਹੋਇਆ ਕਿ ਇਹ ਡਿਸਪਲੇਸਮੈਂਟ ਕਦੋਂ ਜ਼ੀਰੋ ਹੋਏਗੀ, ਕਿੰਨੇ ਟਾਈਮ ਦੇ ਉੱਤੇ। ਡਿਸਪਲੇਸਮੈਂਟ ਕਦੋਂ ਜ਼ੀਰੋ ਹੋਏਗੀ, ਡਿਸਪਲੇਸਮੈਂਟ y ਹੈ ਨਾ, ਸੋ ਇਹਨੂੰ ਪੁੱਟ ਕਰਕੇ ਦੇਖ ਲੈਂਦੇ ਹਾਂ ਕਿ ਇਹ ਕਦੋਂ ਜ਼ੀਰੋ ਹੋਏਗੀ, ਟਾਈਮ ਇੱਥੋਂ ਫਾਈਂਡ ਕਰ ਲਓ। ਹੁਣ ਦੇਖੋ ਆ ਕੁਆਡਰੇਟਿਕ ਇਕੁਏਸ਼ਨ ਹੈ, ਚਾਹੇ ਤਾਂ ਤੁਸੀਂ ਡਿਸਕ੍ਰਿਮੀਨੈਂਟ ਵਾਲਾ ਫਾਰਮੂਲਾ ਲਗਾ ਲਓ, -b + -√b² - 4ac डिवाइडेड बाई 2a, चाहे तुसी फैक्टराइजेशन कर लो, राइट। फैक्टराइजेशन सिंपल रहेगी, उन्होंने आप देख लें। सो पहले तो मैंने 0 इधर लिख रहा, थोड़ी इक्वेशन को प्रॉपर रीअरेंज किया। नाउ टी द स्क्वायर हम देखो मल्टीप्लाई करके तुहाडे कोल आना चाहिए -2 एंड प्लस माइनस करके आप तुहाडे कोल आना चाहिए -1। सो किदां दे फैक्टर्स बनूगे, आपां कोल +t - 2t -2 is equals to 0, right। ਹੁਣ t ਨੂੰ ਆਪਾਂ ਲਿੱਤਾ ਕਾਮਨ, t + 1 ਇੱਥੋਂ ਆ ਜਾਏਗਾ -2 ਕਾਮਨ, ਇੱਧਰ ਵੀ t + 1 that is equals to 0, t + 1 t - 2 is equals to 0। ਸੋ ਇਧਰ ਜਿਹੜਾ t ਹੈਗਾ ਉਹ -1 ਹੈ ਔਰ t is equals to 2 ਸੈਕਿੰਡ ਹੈ। ਹੁਣ ਦੇਖੋ ਟਾਈਮ ਜਿਹੜਾ ਹੈਗਾ ਉਹ -1 ਸੈਕਿੰਡਸ ਤਾਂ ਨਹੀਂ ਹੋ ਸਕਦਾ, -1 ਦਾ ਮਤਲਬ ਤਾਂ ਹੈ ਹੀ ਨਹੀਂ ਕੁਝ, ਰਾਈਟ। ਦਿਸ ਟਰਮ ਡਜ਼ ਨਾਟ ਮੇਕ ਐਨੀ ਸੈਂਸ। ਸੋ ਇਸ ਚੀਜ਼ ਨੂੰ ਆਪਾਂ ਕੀ ਕਰ ਦਾਂਗੇ, ਨੈਗਲੈਕਟ। ਉਹਨੇ ਕੀ ਕਿਹਾ ਹੋਇਆ ਸੀਗਾ, ਫॉर अ पॉजिटिव ऑफ टी, बिकॉज सिंपल जी गल है टाइम तो पॉजिटिव होएगा ना। सो जो करैक्ट आंसर अपना आ रहा है दैट इज टाइम इज इक्वल्स टू 2 सेकंड। 2 सेकंड बाद बॉडी की डिस्प्लेसमेंट कितनी सी, 0 मीटर्स। सो ऑप्शन नंबर बी इज द राइट आंसर, 2 सेकंड्स। क्वेश्चन नंबर 9, अ बॉय स्टार्ट्स फ्रॉम अ पॉइंट ए, ट्रेवल्स टू अ पॉइंट बी एट अ डिस्टेंस ऑफ 3 किलोमीटर्स। सो आवड़ा जो डिस्टेंस है दैट इज 3 किलोमीटर्स। then he returns to A, then दोबारा A पॉइंट ਤੇ ਆ ਗਿਆ। that means 2 वे जर्नी है, A तो ਪਹਿਲਾਂ B ਤੇ ਗਿਆ then B ਤੋਂ ਵਾਪਸ A ਤੇ ਪਹੁੰਚ ਜਾਂਦਾ ਹੈ। if he takes total of 2 hours to do so, total ਉਹਨੂੰ 2 ਘੰਟੇ ਲੱਗਦੇ ਆ, ਤਾਂ ਉਹਦੀ ਸਪੀਡ ਕਿੰਨੀ ਹੈ, ਰਾਈਟ। ਦੇਖੋ ਐਵਰੇਜ ਸਪੀਡ ਬੇਸਿਕਲੀ ਆਪਾਂ ਫਾਈਂਡ ਕਰਨੀ ਹੈ। ਐਵਰੇਜ ਸਪੀਡ ਜਿਹੜੀ ਹੁੰਦੀ ਹੈ ਕਿਵੇਂ ਆਪਾਂ ਫਾਈਂਡ ਕਰਦੇ ਹੁੰਦੇ ਆ, ਦੈਟ ਇਜ਼ ਟੋਟਲ ਡਿਸਟੈਂਸ ਬੋਡੀ ਨੇ ਕਿੰਨਾ ਟਰੈਵਲ ਕੀਤਾ ਜਾਂ ਪਰਸਨ ਨੇ ਕਿੰਨਾ ਟਰੈਵਲ ਕੀਤਾ ਡਿਵਾਈਡਡ ਬਾਈ ਟੋਟਲ ਉਹਨੂੰ ਕਿੰਨਾ ਟਾਈਮ ਲੱਗਿਆ। टोटल डिस्टेंस कितना ट्रैवल किया, देखो डिस्टेंस एक साइड का हैगा 3 किलोमीटर, लेकिन वो वापस भी आया, दैट मीनस टोटल डिस्टेंस उन्हें 6 किलोमीटर का डिस्टेंस ट्रैवल किया एंड उन्हें कहा कि टोटल सारा कुछ करने दे विच उस परसन नूं 2 घंटे लगे थे, सो 2 आवर्स। सो ओवरऑल दैट मीनस कैंसलेशन हो जाएगी बिकॉज 2 3 6। सो बॉडी की जी स्पीड आ रही है वो कितनी आ रही है 3 किलोमीटर्स पर आवर। ऑप्शन नंबर ए इज द राइट आंसर। Question number 10, can an object's average velocity equal to 0 when object speed is greater than 0। कहता जो ऑब्जेक्ट की स्पीड किसी पर्टिकुलर टाइम से ग्रेटर दैन 0 है, दैट मीनस फाइनाइट नंबर है, बॉडी रेस्ट नहीं है, मूव कर रही है, लेकिन स्टिल ਉਹਦੀ एवरेज velocity 0 हो सकती है क्या? ऑफ कोर्स हो सकती है बिकॉज velocity is a vector quantity। velocity is displacement divided by time। ਜਦੋਂ ਵੀ या कह लो जिस पर्टिकुलर टाइम ਤੇ displacement 0 ਹੋਏਗੀ velocity ਨੇ ਤਾਂ 0 ਹੋਣਾ ਹੀ ਹੋਣਾ, बिकॉज velocity is nothing but displacement divided by time, राइट। नीचे टाइम जो मर्जी हो, जो डिस्प्लेसमेंट 0 होगी 0 बाय समथिंग 0, ठीक है। सो ਆਪਾਂ ਇਹ ਦੇਖਣਾ ਬੇਸਿਕਲੀ ਕਿ ਡਿਸਪਲੇਸਮੈਂਟ 0 ਕਦੋਂ ਹੁੰਦੀ ਹੈ। ਡਿਸਪਲੇਸਮੈਂਟ 0 ਕਦੋਂ ਹੁੰਦੀ ਹੈ, ਜਦੋਂ ਵੀ ਬੋਡੀ ਸੇਮ ਪੁਆਇੰਟ ਤੇ ਹੁੰਦੀ ਹੈ ਆਪਣੀ ਇਨੀਸ਼ੀਅਲ ਪੋਜੀਸ਼ਨ ਤੇ, ਦੈਟ ਮੀਨਸ ਜਿੱਥੋਂ ਉਹਨੇ ਚੱਲਣਾ ਸ਼ੁਰੂ ਕੀਤਾ, ਜਿਹੜਾ ਮਰਜ਼ੀ ਉਹਨੇ ਪਾਥ ਲੈ ਕੇ ਐਗਜ਼ੈਕਟਲੀ ਸੇਮ ਪੁਆਇੰਟ ਤੇ ਜਦੋਂ ਰਿਟਰਨ ਕਰ ਜਾਂਦੀ ਹੈ, ਇਸ ਪਾਰਟਿਕੂਲਰ ਟਾਈਮ ਦੇ ਉੱਤੇ ਬੋਡੀ ਦੀ ਡਿਸਪਲੇਸਮੈਂਟ ਕਿੰਨੀ ਹੈ 0। ਐਂਡ ਆਫ ਕੋਰਸ ਜੇ ਡਿਸਪਲੇਸਮੈਂਟ 0 ਹੈ ਤਾਂ ਐਵਰੇਜ ਵੈਲੋਸਿਟੀ ਵੀ ਕਿੰਨੀ ਹੋਏਗੀ 0, ਠੀਕ ਹੈ। ਸੋ ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਂਸਰ। सो यस,
ਜਿਹੜੀ ਆਬਜੈਕਟ ਦੀ ਐਵਰੇਜ ਵੈਲੋਸਿਟੀ ਹੈ ਉਹ 0 ਦੇ ਇਕੁਅਲ ਹੋ ਸਕਦੀ ਹੈ। ਕਦੋਂ? ਵੈਨ ਦਾ ਆਬਜੈਕਟ ਰਿਟਰਨਸ ਟੂ ਇਟਸ ਓਰੀਜਨਲ ਪੋਜੀਸ਼ਨ, ਜਦੋਂ ਇਨੀਸ਼ੀਅਲ ਜਿਹੜੀ ਉਹਦੀ ਪੋਜੀਸ਼ਨ ਸੀਗੀ ਤੇ ਜਿਹੜੀ ਬੋਡੀ ਦੀ ਫਾਈਨਲ ਪੋਜੀਸ਼ਨ ਹੈ ਬੇਸਿਕਲੀ ਉਹ ਐਗਜ਼ੈਕਟਲੀ ਜਦੋਂ ਸੇਮ ਹੁੰਦੀ ਹੈ। ਠੀਕ ਹੈ। ਨੈਕਸਟ ਇਜ਼ ਕੁਐਸਚਨ ਨੰਬਰ 11, ਦ ਨੂਮੈਰੀਕਲ ਵੈਲਿਊ ਆਫ ਦ ਰੇਸ਼ੀਓ ਆਫ ਡਿਸਪਲੇਸਮੈਂਟ ਟੂ ਦ ਡਿਸਟੈਂਸ ਇਜ਼। ਇੱਕ ਚੀਜ਼ ਦੇਖੋ, ਆਪਾਂ ਨੂੰ ਪਤਾ ਕਿ ਜਦੋਂ ਵੀ ਬੋਡੀ ਕਿਸੇ ਵੀ ਟਾਈਪ ਦਾ ਮੋਸ਼ਨ ਕਰ ਰਹੀ ਹੈ, ਲੈਟਸ ਸਪੋਜ਼ ਦਿਸ ਇਜ਼ ਦ ਇਨੀਸ਼ੀਅਲ ਪੋਜੀਸ਼ਨ ਪੁਆਇੰਟ A ਐਂਡ ਇੱਥੋਂ ਕਿਸੇ ਵੀ ਪਾਰਟਿਕੂਲਰ ਤਰੀਕੇ ਨਾਲ ਕੋਈ ਬੋਡੀ ਮੋਸ਼ਨ ਕਰਦੀ ਹੋਈ ਲੈਟਸ ਸੇ ਪੁਆਇੰਟ B ਤੇ ਪਹੁੰਚ ਜਾਂਦੀ ਹੈ ਨਾ। ਹੁਣ ਜੇ ਤਾਂ ਆਹ ਰੈੱਡ ਵਾਲੇ ਪਾਰਟ ਨੂੰ ਮੈਂ ਮੈਜ਼ਰ ਕਰੂੰਗਾ, ਦਿਸ ਵਿਲ ਬੀ ਦ ਟੋਟਲ ਡਿਸਟੈਂਸ ਕਿ ਉਹਨੇ ਟੋਟਲ ਕਿੰਨਾ ਓਵਰਆਲ ਡਿਸਟੈਂਸ ਟਰੈਵਲ ਕੀਤਾ A ਤੋਂ ਲੈ ਕੇ B ਤੱਕ, ਹੈ ਨਾ। ਲੇਕਿਨ ਇਫ ਵੀ ਹੈਵ ਟੂ ਮੈਜ਼ਰ ਦ ਡਿਸਪਲੇਸਮੈਂਟ, ਆਪਾਂ ਕੀ ਕਰਦੇ ਹੁੰਦੇ ਆ, A ਐਂਡ B ਵਾਲੇ ਪੁਆਇੰਟਸ ਨੂੰ ਸਟ੍ਰੇਟ ਲਾਈਨ ਦੇ ਨਾਲ ਇੱਦਾਂ ਜੁਆਇਨ ਕਰਕੇ ਆ ਸਟ੍ਰੇਟ ਵਾਲਾ ਡਿਸਟੈਂਸ ਮੈਜ਼ਰ ਕਰਦੇ ਹਾਂ। ਦਿਸ ਇਜ਼ ਕਾਲਡ ਦ ਡਿਸਪਲੇਸਮੈਂਟ ਐਂਡ ਆਫ ਕੋਰਸ ਜਿਹੜੀ ਡਿਸਪਲੇਸਮੈਂਟ ਹੋਊਗੀ ਆਪਾਂ ਨੂੰ ਪਤਾ, displacement it will be in this case less than the distance ज़्यादा होएगा, displacement घट होएगी इस केस 'ਚ, है ना। बट दोनों इक्वल भी हो सकते हैं किसी ना किसी पर्टिकुलर केस 'ਚ ਜਦੋਂ ਬੋਡੀ ਮੋਸ਼ਨ ਹੀ ਸਟ੍ਰੇਟ ਲਾਈਨ 'ਚ ਕਰ ਰਹੀ ਹੈ। ਲੈਟਸ ਸੇ ਦਿਸ ਇਜ਼ ਦ ਪੁਆਇੰਟ A ਐਂਡ ਇੱਥੋਂ ਉਹਨੇ ਚੱਲਣਾ ਸ਼ੁਰੂ ਕੀਤਾ ਐਂਡ ਇਸ ਪਰਟੀਕੂਲਰ B ਪੁਆਇੰਟ ਤੇ ਪਹੁੰਚ ਗਿਆ, ਹੈ ਨਾ। ਹੁਣ ਇੱਦਾਂ ਦੇ ਕੇਸ 'ਚ ਜੋ ਡਿਸਟੈਂਸ ਦੀ ਵੈਲਿਊ ਹੋਊਗੀ ਉਹੀ ਡਿਸਪਲੇਸਮੈਂਟ ਦੀ ਵੈਲਿਊ ਹੋਊਗੀ। ਲੈਟਸ ਸੇ ਜੇ ਡਿਸਟੈਂਸ 4 ਮੀਟਰਸ ਹੈ ਤਾਂ ਡਿਸਪਲੇਸਮੈਂਟ ਵੀ 4 ਮੀਟਰਸ ਹੈ। That means ਜਿਹੜੀ ਡਿਸਪਲੇਸਮੈਂਟ ਹੁੰਦੀ ਹੈ, ਡਿਸਪਲੇਸਮੈਂਟ ਉਹ ਇਕੁਅਲ ਵੀ ਹੋ ਸਕਦੀ ਹੈ ਡਿਸਟੈਂਸ ਦੇ। ਇਨ ਦਿਸ ਕੇਸ ਫੋਰ ਐਗਜ਼ਾਮਪਲ ਦੈਟ ਮੀਨਸ ਡਿਸਪਲੇਸਮੈਂਟ ਜਾਂ ਤਾਂ ਲੈਸ ਹੋਊਗੀ ਜਾਂ ਵੱਧ ਤੋਂ ਵੱਧ ਇਕੁਅਲ ਹੋ ਸਕਦੀ ਹੈ ਡਿਸਟੈਂਸ ਦੇ। ਇਹ ਆਪਾਂ ਨੂੰ ਪਤਾ ਲੱਗ ਗਿਆ। ਬਾਕੀ ਪਾਰਟ ਮੈਂ ਇੱਕ ਵਾਰੀ ਰੀਸ ਕਰ ਰਿਹਾ, ਰਾਈਟ। ਹੁਣ ਆਪਾਂ ਕੋਲ ਇਕੁਏਸ਼ਨ ਆ ਚੁੱਕੀ ਹੈ, ਡਿਸਪਲੇਸਮੈਂਟ is less than or equal to the distance। ਹੁਣ ਆਪਾਂ ਕੀ ਕਰਾਂਗੇ, ਆਹ ਡਿਸਟੈਂਸ ਪੇ, ਆਹ ਡਿਸਟੈਂਸ ਨੂੰ ਮੈਂ ਇੱਥੋਂ ਡਿਸਪਲੇਸਮੈਂਟ ਦੇ ਨੀਚੇ ਲੈ ਕੇ ਡਿਵਾਈਡ 'ਚ ਲੈ ਜਾ ਰਿਹਾ। ਸੋ ਆਈ ਵਿਲ ਗੈਟ ਡਿਸਟੈਂਸ ਡਿਸਪਲੇਸਮੈਂਟ divided by the distance, right, less than is equals to ਉੱਥੇ 1 ਬਚੇਗਾ, ਹੈ ਨਾ। ਇੱਦਾਂ ਆਪਾਂ ਕਿਉਂ ਕੀਤਾ, ਬਿਕੋਜ਼ ਦੇਖੋ ਕੁਐਸਚਨ 'ਚ ਇਹੀ ਪੁੱਛਿਆ ਹੋਇਆ ਕਿ ਆਪਾਂ ਰੇਸ਼ੀਓ ਫਾਈਂਡ ਕਰਨੀ ਹੈ ਕਿਸ ਚੀਜ਼ ਦੀ, ਡਿਸਪਲੇਸਮੈਂਟ ਐਂਡ ਡਿਸਟੈਂਸ ਦੀ। ਸੋ ਇੱਥੇ ਆਪਾਂ ਕੋਲ ਰੇਸ਼ੀਓ ਆ ਗਈ ਨਾ, ਡਿਸਪਲੇਸਮੈਂਟ ਡਿਵਾਈਡਡ ਬਾਈ ਡਿਸਟੈਂਸ ਐਂਡ ਆਪਾਂ ਨੂੰ ਆਨਸਰ ਵੀ ਪਤਾ ਲੱਗ ਗਿਆ ਕਿ ਡਿਸਪਲੇਸਮੈਂਟ ਤੇ ਡਿਸਟੈਂਸ ਦੀ ਜੋ ਰੇਸ਼ੀਓ ਹੁੰਦੀ ਹੈ ਇਟ ਇਜ਼ ਆਲਵੇਜ਼ ਲੈਸ ਦੈਨ ਔਰ ਇਕੁਅਲ ਟੂ 1। ਸੋ ਆਪਸ਼ਨ ਨੰਬਰ B ਇਜ਼ ਦ ਰਾਈਟ ਆਨਸਰ, ਆਲਵੇਜ਼ ਲੈਸ ਦੈਨ ਔਰ ਇਕੁਅਲ ਟੂ 1। Question number 12, if a particle is moving in uniform circular motion, then the angle between its velocity and the acceleration at any time is, very simple question, 90 degrees is the right answer, because ਜੇ ਯੂਨੀਫਾਰਮ ਸਰਕੂਲਰ ਮੋਸ਼ਨ ਕਰ ਰਹੀ ਹੈ ਬੋਡੀ, ਦੈਟ ਮੀਨਸ ਬੋਡੀ ਦੀ ਸਪੀਡ ਕੌਨਸਟੈਂਟ ਹੈ, ਤਾਂ ਜਿਹੜੀ ਕਿਸੇ ਵੀ ਪਰਟੀਕੂਲਰ ਟਾਈਮ ਤੋਂ ਦੀ ਵੈਲੋਸਿਟੀ ਹੋਏਗੀ ਦੈਟ ਵਿਲ ਬੀ, ਉਹਦੀ ਡਾਇਰੈਕਸ਼ਨ ਕਿਵੇਂ ਪਤਾ ਲੱਗੇਗੀ, ਬਾਈ ਡਰਾਇੰਗ ਅ ਟੈਂਜੈਂਟ, ਰਾਈਟ। ਟੈਂਜੈਂਸ਼ੀਅਲ ਡਾਇਰੈਕਸ਼ਨ ਹੁੰਦੀ ਹੈ ਵੈਲੋਸਿਟੀ ਦੀ, ਇੰਸਟੈਂਟੇਨੀਅਸ ਜਿਹੜੀ ਵੈਲੋਸਿਟੀ ਹੈ। ਐਂਡ ਜੇ ਆਪਾਂ ਐਸਲੇਸ਼ਨ ਦੀ ਗੱਲ ਕਰੀਏ, ਦੇਖੋ ਕੌਨਸਟੈਂਟ ਸਪੀਡ ਦੇ ਨਾਲ ਜੇ ਬੋਡੀ ਮੂਵ ਕਰ ਰਹੀ ਹੈ ਇੱਕ ਸਰਕਲ ਦੇ ਵਿੱਚ, ਦੈਨ ਆਫ ਕੋਰਸ ਉਹਦੀ ਐਸਲੇਸ਼ਨ ਕਿੱਦਾਂ ਦੀ ਹੋਏਗੀ, ਸੈਂਟਰੀਪੀਟਲ ਐਸਲੇਸ਼ਨ। ਦੈਟ ਮੀਨਸ ਉਹਦੀ ਡਾਇਰੈਕਸ਼ਨ ਸੈਂਟਰ ਦੇ ਵੱਲ ਪੁਆਇੰਟ ਕਰੇਗੀ। ਸੋ ਦੇਖੋ ਸੈਂਟਰ ਦੇ ਵੱਲ ਐਸਲੇਸ਼ਨ ਪੁਆਇੰਟ ਕਰ ਰਹੀ ਹੈ, ਸੈਂਟਰੀਪੀਟਲ ਐਸਲੇਸ਼ਨ, ਐਂਡ ਦਿਸ ਇਜ਼ ਦ ਵੈਲੋਸਿਟੀ, ਠੀਕ ਹੈ। ਸੋ ਕਲੀਅਰਲੀ ਤੁਹਾਨੂੰ ਦਿਖ ਰਿਹਾ ਆਹ ਦੋਨੋਂ ਜਿਹੜੀਆਂ ਡਾਇਰੈਕਸ਼ਨਸ ਨੇ, ਜਿਹੜੀ ਵੈਲੋਸਿਟੀ ਦੀ ਡਾਇਰੈਕਸ਼ਨ ਐਂਡ ਐਸਲੇਸ਼ਨ ਦੀ ਡਾਇਰੈਕਸ਼ਨ ਹੈ ਉਹ ਇੱਕ ਦੂਜੇ ਦੀ ਕੀ ਹੈ, ਪਰਪੈਂਡੀਕੂਲਰ। ਸੋ ਆਪਸ਼ਨ ਨੰਬਰ C ਇਜ਼ ਦ ਰਾਈਟ ਆਨਸਰ, 90 degrees। Question number 13, when a vector A is multiplied by a negative number minus lambda, then ਇੱਕ ਚੀਜ਼ ਆਪਾਂ ਇਹ ਵੀ ਡਿਸਕਸ ਕੀਤੀ ਹੋਈ ਹੈ ਆਲਰੇਡੀ ਕਿ ਜੇ ਇੱਕ ਪਰਟੀਕੂਲਰ ਵੈਕਟਰ ਹੈ, ਮੰਨ ਲਓ ਆਪਾਂ ਕੋਲ ਆ A ਵੈਕਟਰ, ਤੇ ਇਹਨੂੰ ਜੇ ਆਪਾਂ ਲੈਮਡਾ ਕਿਸੇ ਪਰਟੀਕੂਲਰ ਨੰਬਰ ਦੇ ਨਾਲ ਮਲਟੀਪਲਾਈ ਕਰ ਦਈਏ, ਜੇ ਤਾਂ ਉਹ ਨੰਬਰ ਪੋਜ਼ਿਟਿਵ ਹੈ ਤਾਂ ਕੀ ਹੁੰਦਾ, ਜਿੰਨਾ ਕਹਿ ਲਓ ਇਸ ਲੈਮਡਾ ਦਾ ਮੈਗਨੀਟਿਊਡ ਹੈ ਉਨੇ ਟਾਈਮਸ ਇਸ A ਦੀ ਲੈਂਥ ਹੋ ਜਾਂਦੀ ਹੈ। ਫੋਰ ਐਗਜ਼ਾਮਪਲ ਜੇ ਲੈਮਡਾ ਮੰਨ ਲਓ 2 ਹੈ, 2A ਵੈਕਟਰ, ਤਾਂ ਇਸ ਪਰਟੀਕੂਲਰ A ਦੀ ਜਿੰਨੀ ਲੈਂਥ ਸੀ ਇਹਦਾ ਡਬਲ ਲੈਂਥ ਦਾ ਆਪਾਂ ਕੋਲ ਵੈਕਟਰ ਆ ਜਾਂਦਾ ਹੈ, ਲਾਈਕ ਦਿਸ। ਲੇਕਿਨ ਜੇ ਆ ਨੰਬਰ ਨੈਗੇਟਿਵ ਹੈ, ਮੰਨ ਲਓ -2 A ਵੈਕਟਰ ਜਾਂ -3 ਵੈਕਟਰ, ਕੁਛ ਇੱਦਾਂ ਦਾ ਹੁੰਦਾ, ਤਾਂ ਮਾਈਨਸ ਦੇ ਕਰਕੇ ਇਹਦੀ ਬੇਸਿਕਲੀ ਡਾਇਰੈਕਸ਼ਨ ਆਪੋਜ਼ਿਟ ਹੋ ਜਾਏਗੀ, ਠੀਕ ਹੈ। ਜੇ -3 ਹੁੰਦਾ -3A, ਤਾਂ ਬੇਸਿਕਲੀ ਜਿਹੜੀ ਲੈਂਥ ਹੈ ਇਸ ਪਰਟੀਕੂਲਰ ਵੈਕਟਰ ਦੀ ਇਹਦੇ ਨਾਲੋਂ 3 ਗੁਣਾ ਜ਼ਿਆਦਾ ਹੋ ਜਾਂਦੀ। ਸੋ ਕੁਛ ਇਸ ਤਰੀਕੇ ਨਾਲ ਓਵਰਆਲ ਇੰਨੀ ਲੈਂਥ ਉਹਦੀ ਹੋ ਜਾਣੀ ਸੀਗੀ, ਰਾਈਟ। ਦਿਸ ਇਜ਼ -3 ਵੈਕਟਰ। ਸੋ ਸਿੰਪਲ ਜੀ ਗੱਲ ਹੈ, ਜੇ ਕਿਸੇ ਵੀ ਇੱਕ ਵੈਕਟਰ ਨੂੰ ਕਿਸੇ ਨੈਗੇਟਿਵ ਨੰਬਰ ਦੇ ਨਾਲ ਆਪਾਂ ਮਲਟੀਪਲਾਈ ਕਰਦੇ ਹਾਂ, ਡਾਇਰੈਕਸ਼ਨ ਉਹਦੀ ਆਪੋਜ਼ਿਟ ਹੋ ਜਾਂਦੀ ਹੈ ਬਿਲਕੁਲ, ਤੇ ਉਹਦਾ ਮੈਗਨੀਟਿਊਡ ਵੀ ਲੈਮਡਾ ਟਾਈਮਸ ਹੋ ਜਾਏਗਾ। ਸੋ ਦੇਖਦੇ ਹਾਂ ਕਿਹੜਾ ਕਰੈਕਟ ਆਂਸਰ ਹੈ। ਇਟਸ ਮੈਗਨੀਟਿਊਡ ਬਿਕਮਸ ਲੈਮਡਾ ਟਾਈਮਸ। ਸੋ A ਤੇ B ਦੋਨਾਂ ਦੇ ਵਿੱਚ ਆ ਚੀਜ਼ ਮੈਂਸ਼ਨਡ ਹੈ,
and the direction becomes opposite to the vector a. So option number B is the right answer. Question number 14. The bus is going towards the west on a straight road with a speed of 80 km per hour. ਪਹਿਲਾਂ ਆਪਾਂ ਡਾਇਰੈਕਸ਼ਨਸ ਬਣਾ ਲੈਂਦੇ ਹਾਂ. This is east, this is west, this is north, this is south. So west ਦੇ ਵੱਲ ਇੱਕ ਬੱਸ 80 km per hour ਦੀ ਸਪੀਡ ਦੇ ਨਾਲ ਜਾ ਰਹੀ ਹੈ. A bike is coming from behind. ਪਿੱਛੋਂ ਇੱਕ ਬਾਈਕ ਵੀ ਆ ਰਹੀ ਹੈ ਜਿਹਦੀ ਸਪੀਡ 120 km per hour ਹੈ. ਠੀਕ ਹੈ, ਹੁਣ ਕੀ ਪੁੱਛਿਆ ਗਿਆ, ਇੱਥੇ ਫੁੱਲ ਸਟਾਪ ਆਏਗਾ ਬਾਈ ਦ ਵੇ. ਟੂ ਦ ਬਾਈਕਰ ਦ ਬੱਸ ਵਿਲ ਅਪੀਅਰ ਟੂ ਮੂਵ ਵਿਦ ਦ ਸਪੀਡ ਆਫ ਹਾਊ ਮਚ. ਜਿਹੜਾ ਬਾਈਕਰ ਹੈ ਉਹਨੂੰ ਕੀ ਲੱਗੇਗਾ ਕਿ ਬੱਸ ਕਿੰਨੀ ਸਪੀਡ ਦੇ ਨਾਲ ਜਾ ਰਹੀ ਹੈ. ਸਿੰਪਲ ਜੀ ਗੱਲ ਹੈ, ਬਿਨਾਂ ਕੈਲਕੂਲੇਟ ਕਰੇ ਵੀ ਇਸ ਚੀਜ਼ ਦਾ ਆਨਸਰ ਆ ਜਾਣਾ ਚਾਹੀਦਾ ਹੈ ਕਿ ਜਿਹੜਾ ਬਾਈਕਰ ਹੈ ਉਹਨੂੰ ਇੱਦਾਂ ਲੱਗੇਗਾ ਕਿ ਜਿਹੜੀ ਬੱਸ ਹੈ ਉਹ 40 ਕਿਲੋਮੀਟਰ ਦੀ ਸਪੀਡ ਦੇ ਨਾਲ ਪਿੱਛੇ ਵੱਲ ਨੂੰ ਜਾ ਰਹੀ ਹੈ. ਬਿਕੋਜ਼ ਬਾਈਕਰ ਦੀ ਸਪੀਡ ਦੇਖੋ ਜ਼ਿਆਦਾ ਹੈ 120. ਜਦੋਂ ਬਾਈਕਰ 120 ਦੀ ਸਪੀਡ ਦੇ ਨਾਲ ਜਾ ਰਿਹਾ ਹੈ ਬੱਸ ਤਾਂ ਪਿੱਛੇ ਨੂੰ ਰਹਿ ਜੂਗੀ, ਰਾਈਟ. ਕਿੰਨੇ ਦੀ ਸਪੀਡ ਦੇ ਫਰਕ ਦੇ ਨਾਲ, 40 ਕਿਲੋਮੀਟਰ ਪਰ ਆਰ ਦੇ ਨਾਲ. ਸੋ ਬਾਈਕਰ ਨੂੰ ਬੇਸਿਕਲੀ ਐਵੇਂ ਅਪੀਅਰ ਹੋਊਗਾ ਕਿ ਜਿਹੜੀ ਬੱਸ ਹੈ ਉਹ 40 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਕਿਹੜੀ ਡਾਇਰੈਕਸ਼ਨ 'ਚ ਮੂਵ ਹੋ ਰਹੀ ਹੈ, ਈਸਟ ਦੇ ਵੱਲ. ਸਹੀ. ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ. ਬਟ ਇਹਨੂੰ ਪ੍ਰੋਪਰ ਫਾਰਮੂਲੇ ਦੀ ਫਾਰਮ 'ਚ ਜੇ ਆਪਾਂ ਕਰਨਾ ਹੋਵੇ, ਵੈਸੇ ਤਾਂ ਦੇਖੋ MCQ ਹੈ ਸੋ ਆਪਾਂ ਟਿੱਕ ਹੀ ਲਗਾਉਣੇ ਨੇ, ਬਟ ਇਹਨੂੰ ਆਪਾਂ ਐਂ ਲਿਖ ਸਕਦੇ ਹਾਂ. ਵੈਲੋਸਿਟੀ ਉਹਨੇ ਕਿਸ ਚੀਜ਼ ਦੀ ਪੁੱਛੀ ਹੋਈ ਹੈ, ਬੇਸਿਕਲੀ ਬੱਸ ਦੀ, ਰਾਈਟ. ਸੋ ਵੀ ਬੱਸ ਵਿਦ ਰਿਸਪੈਕਟ ਟੂ ਦ ਬਾਈਕਰ. ਬਾਈਕਰ ਨੂੰ ਕੀ ਲੱਗ ਰਿਹਾ ਕਿ ਬੱਸ ਦੀ ਕਿੰਨੀ ਸਪੀਡ ਹੈ, ਇਹਨੂੰ ਆਪਾਂ ਐਂ ਲਿਖ ਸਕਦੇ ਹਾਂ ਵੀ ਬੱਸ ਮਾਈਨਸ ਵੀ ਬਾਈਕਰ. ਠੀਕ ਹੈ. ਫੋਰ ਐਗਜ਼ਾਮਪਲ ਜਿਵੇਂ ਆਪਾਂ ਕੋਲ ਵੀ ਏ ਬੀ ਫਾਈਂਡ ਕਰਨਾ ਹੁੰਦਾ ਤਾਂ ਆਪਾਂ ਐਵੇਂ ਲਿਖਦੇ ਆ ਨਾ ਵੀ ਏ ਮਾਈਨਸ ਵੀ ਬੀ. ਸੋ ਉਸੇ ਫਾਰਮੂਲੇ ਦੀ ਹੈਲਪ ਨਾਲ ਆਪਾਂ ਇਹਨੂੰ ਇਹ ਲਿਖਿਆ ਵੀ ਬੱਸ ਵਿਦ ਰਿਸਪੈਕਟ ਟੂ ਬਾਈਕਰ ਨੂੰ ਆਪਾਂ ਲਿਖ ਸਕਦੇ ਹਾਂ ਵੀ ਬੱਸ ਮਾਈਨਸ ਵੀ ਬਾਈਕਰ. ਬੱਸ ਦੀ ਜਿਹੜੀ ਵੈਲੋਸਿਟੀ ਹੈ ਉਹਦਾ ਮੈਗਨੀਟਿਊਡ ਕਿੰਨਾ ਸੀਗਾ, ਵੀ ਬੱਸ ਇਜ਼ 80 ਕਿਲੋਮੀਟਰ ਪਰ ਆਰ. ਸੋ 80 ਕਿਲੋਮੀਟਰ ਪਰ ਆਰ ਮਾਈਨਸ 120 ਕਿਲੋਮੀਟਰ ਪਰ ਆਰ. ਹੁਣ 80 ਮਾਈਨਸ 120 ਕਿੰਨਾ ਆਪਾਂ ਕੋਲ ਆਏਗਾ, ਮਾਈਨਸ 40 ਕਿਲੋਮੀਟਰਸ ਪਰ ਆਰ, ਰਾਈਟ. 40 ਦੈਟ ਮੀਨਸ ਇਹਦਾ ਮੈਗਨੀਟਿਊਡ ਹੋ ਗਿਆ, ਰਾਈਟ. ਏ 'ਚ ਵੀ ਜਿਵੇਂ 40 ਹੈ, ਬੀ ਦੇ ਵਿੱਚ ਵੀ 40 ਆ ਰਿਹਾ. ਡਾਇਰੈਕਸ਼ਨ ਆਪਾਂ ਨੂੰ ਕਿਵੇਂ ਪਤਾ ਲੱਗੀ, ਬਿਕੋਜ਼ ਇੱਥੇ ਮਾਈਨਸ ਸਾਈਨ ਆ ਰਿਹਾ. ਦੇਖੋ ਆਹ ਦੋਨੋਂ ਹੀ ਚੀਜ਼ਾਂ ਪੋਜ਼ਿਟਿਵ ਨੇ ਜਿਨ੍ਹਾਂ ਨੂੰ ਆਪਾਂ ਵੈਸਟ ਦੇ ਵੱਲ ਸ਼ੋ ਕੀਤਾ ਹੋਇਆ. ਸੋ ਸਿੰਪਲ ਜੀ ਗੱਲ ਹੈ, ਜੇ ਵੈਸਟ ਦੇ ਵੱਲ ਪੋਜ਼ਿਟਿਵ ਐਕਸਿਸ ਪੁਆਇੰਟ ਕਰ ਰਹੀ ਹੈ ਤਾਂ ਨੈਗੇਟਿਵ ਕਿੱਧਰ ਨੂੰ ਹੋਏਗੀ, ਈਸਟ ਦੇ ਵੱਲ. ਸੋ ਬੇਸਿਕਲੀ ਆਹ ਜਿਹੜੀ ਡਾਇਰੈਕਸ਼ਨ ਹੈ ਇਟ ਇਜ਼ ਟੂਵਰਡਸ ਦ ਈਸਟ. ਸੋ 40 ਕਿਲੋਮੀਟਰ ਪਰ ਆਰ ਟੂਵਰਡਸ ਦ ਈਸਟ ਇਜ਼ ਦ ਰਾਈਟ ਆਨਸਰ, ਜੋ ਕਿ ਆਪਾਂ ਬਿਨਾਂ ਕੁਝ ਕੈਲਕੂਲੇਟ ਕਰੀ ਸੋਲਵ ਕਰ ਲਿਆ ਸੀ ਬੇਸਿਕਲੀ. Question number 15. A wheel 0.60 meters in radius that is moving with a speed of 10 meter per second. ਆਪਾਂ ਨੂੰ ਉਹਦੀ ਲੀਨੀਅਰ ਸਪੀਡ ਦਿੱਤੀ ਹੋਈ ਹੈ. You have to find the angular speed. Angular speed means omega calculate ਆਪਾਂ ਕਰਨਾ ਹੈ. ਇੱਕ ਆਪਾਂ ਨੂੰ ਫਾਰਮੂਲਾ ਪਤਾ v is equals to omega into r, ਹੈ ਨਾ. ਇਹਨੂੰ ਆਪਾਂ ਯੂਜ਼ ਕਰਾਂਗੇ. Using this formula I can write omega is equals to v divided by r. v ਦੀ ਵੈਲਿਊ ਆਪਾਂ ਨੂੰ ਪਤਾ ਹੈ 10 meter per second ਡਿਵਾਈਡਡ ਬਾਈ ਆਰ ਆਪਾਂ ਨੂੰ ਗਿਵਨ ਹੈ 0.60 ਮੀਟਰਸ. ਠੀਕ ਹੈ. ਹੁਣ ਦੇਖੋ 10 ਡਿਵਾਈਡਡ ਬਾਈ 0.60, ਇਹਨੂੰ ਮੈਂ ਕੀ ਇੱਦਾਂ ਲਿਖ ਸਕਦਾ, 10 ਡਿਵਾਈਡਡ ਬਾਈ ਡਿਨੋਮੀਨੇਟਰ ਨੂੰ ਮੈਂ ਥੋੜਾ ਜਿਹਾ ਚੇਂਜ ਕਰਨ ਲੱਗਾ ਬਿਕੋਜ਼ ਇਟ ਇਜ਼ 0.6 ਬੇਸਿਕਲੀ. ਸੋ 6/10 ਇਹਨੂੰ ਆਪਾਂ ਲਿਖ ਸਕਦੇ ਹਾਂ ਇਸ ਤਰੀਕੇ ਨਾਲ, ਰਾਈਟ. ਔਰ ਇਹਨੂੰ ਸਿੰਪਲੀਫਾਈ ਕਰਕੇ 10 into 10 ਡਿਵਾਈਡਡ ਬਾਈ 6 ਦੈਟ ਮੀਨਸ 100/6. 100/6 ਜਦੋਂ ਆਪਾਂ ਸੋਲਵ ਕਰਾਂਗੇ ਆਪਾਂ ਕੋਲ ਦੇਖੋ ਡਿਵਾਈਡ ਕਰਕੇ ਕਿੰਨਾ ਆਏਗਾ, 6 1 6 40, 6 6 are 36, फिर 4, सो 16.666 ਹੁਣ ਆਪਾਂ ਚੱਲਦਾ ਰਹੇਗਾ, ਰਾਈਟ. ਰਾਉਂਡ ਆਫ ਕਰਕੇ ਆਪਾਂ ਇਹਨੂੰ 16.67 ਲਿਖ ਸਕਦੇ ਹਾਂ ਐਂਡ ਓਮੇਗਾ ਦੇ ਯੂਨਿਟਸ ਰੇਡੀਅਨਸ ਪਰ ਸੈਕਿੰਡ. ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ. ਦਿਸ ਇਜ਼ ਦਾ ਐਂਗੂਲਰ ਸਪੀਡ ਆਫ ਦਾ ਬੋਡੀ ਜਾਂ ਫਿਰ ਐਂਗੂਲਰ ਸਪੀਡ ਆਫ ਦਾ ਵੀਲ ਜਿਹੜਾ ਆਪਾਂ ਨੂੰ ਕੁਐਸਚਨ 'ਚ ਦਿੱਤਾ ਹੋਇਆ 16.67 ਰੇਡੀਅਨਸ ਪਰ ਸੈਕਿੰਡ. ਨੈਕਸਟ ਕੁਐਸਚਨ. 2 bullets are fired simultaneously ਸੇਮ ਪਰਟੀਕੂਲਰ ਪੁਆਇੰਟ ਤੋਂ ਸੇਮ ਟਾਈਮ ਤੇ 2 ਬੁਲੇਟਸ ਨੂੰ ਆਪਾਂ ਫਾਇਰ ਕੀਤਾ ਬਟ ਕੁਐਸਚਨ 'ਚ ਗਿਵਨ ਹੈ ਵਿਦ ਦਾ ਡਿਫਰੈਂਟ ਸਪੀਡ. ਸੋ ਮੰਨ ਲਓ ਜੀ ਇੱਕ ਦੀ ਸਪੀਡ ਹੈਗੀ ਹੈ 10 ਮੀਟਰ ਪਰ ਸੈਕਿੰਡ, ਦੂਸਰੇ ਦੀ ਜ਼ਿਆਦਾ ਸਪੀਡ ਹੈ ਮੰਨ ਲਓ 25 20 ਕੁਛ ਵੀ ਆਪਾਂ ਕੰਸੀਡਰ ਕਰ ਲੈਂਦੇ ਹਾਂ, ਲੈਟਸ ਸਪੋਜ਼ 18 ਮੀਟਰ ਪਰ ਸੈਕਿੰਡ, ਰਾਈਟ. ਜੋ ਮਰਜ਼ੀ ਹੋ ਸਕਦਾ. ਸੇਮ ਪੁਆਇੰਟ ਤੋਂ ਸੇਮ ਟਾਈਮ ਤੇ ਇਕੱਠੇ ਹੀ ਦੋਨਾਂ ਬੁਲੇਟਸ ਨੂੰ ਆਪਾਂ ਫਾਇਰ ਕੀਤਾ, ਬਸ ਫਰਕ ਕੀ ਹੈ ਦੋਨਾਂ ਦੀ ਸਪੀਡ ਦੇ ਵਿੱਚ, ਇੱਕ ਸਲੋ ਹੈ ਇੱਕ ਥੋੜੀ ਫਾਸਟ ਹੈ. ਵਿਚ ਬੁਲੇਟ ਵਿਲ ਹਿੱਟ ਦ ਗਰਾਊਂਡ ਫਸਟ. ਪਹਿਲਾਂ ਜ਼ਮੀਨ ਦੇ ਉੱਤੇ ਕਿਹੜੀ ਲੈਂਡ ਕਰੇਗੀ, ਦ ਆਂਸਰ ਇਜ਼ ਸਾਈਮਲਟੇਨੀਅਸਲੀ. ਦੋਨੋਂ ਸੇਮ ਹੀ ਟਾਈਮ ਤੇ ਨੀਚੇ ਗਿਰੂਗੀਆਂ ਬਿਕੋਜ਼ ਦੇਖੋ ਜੋ ਵੀ ਤੁਸੀਂ ਸਪੀਡ ਦਿੱਤੀ ਹੈ ਉਹ ਇੱਕ ਕਹਿ ਲਓ ਹੌਰੀਜ਼ੋਨਟਲ ਡਾਇਰੈਕਸ਼ਨ ਦੇ ਵਿੱਚ ਹੈ. ਡਜ਼ ਨਾਟ ਮੈਟਰ ਕਿ ਤੁਸੀਂ ਕਿੰਨੀ ਪਰਟੀਕੂਲਰ ਸਪੀਡ ਦੇ ਨਾਲ ਬੁਲੇਟਸ ਨੂੰ ਫਾਇਰ ਕੀਤਾ ਹੋਇਆ ਇਨ ਦਾ ਹੌਰੀਜ਼ੋਨਟਲ ਡਾਇਰੈਕਸ਼ਨ. ਜੇ ਆਪਾਂ ਵਾਈ ਐਕਸਿਸ ਦੀ ਗੱਲ ਕਰੀਏ ਦੈਟ ਮੀਨਸ ਵਰਟੀਕਲ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਦੋਨਾਂ ਦੇ ਉੱਤੇ ਜਿਹੜੀ ਐਸਲਰੇਸ਼ਨ ਲੱਗ ਰਹੀ ਹੈ ਉਹ ਸਿਰਫ ਗ੍ਰੈਵਿਟੀ ਦੀ ਵਜ੍ਹਾ ਦੇ ਕਰਕੇ ਲੱਗ ਰਹੀ ਹੈ 9.8 ਮੀਟਰ ਪਰ ਸੈਕਿੰਡ. ਕਿਉਂ ਸਿੰਪਲ, ਠੀਕ ਹੈ.
ਸੋ ਬਿਕੋਜ਼ ਦੋਨੋਂ ਹੀ ਜਿਹੜੀਆਂ ਬੁਲੇਟਸ ਨੇ ਸੇਮ ਹੀ ਰੇਟ ਦੇ ਨਾਲ ਐਸਲਰੇਟ ਕਰ ਰਹੀਆਂ ਨੇ, ਜਾਂ ਆਪਾਂ ਕਹਿ ਲਈਏ ਕਿ ਹਰ 1 ਸੈਕਿੰਡ ਬਾਅਦ ਉਹਨਾਂ ਦੀ ਜਿਹੜੀ ਵਰਟੀਕਲ ਸਪੀਡ ਹੈਗੀ ਹੈ ਉਹ 'ਚ ਕਿੰਨਾ ਚੇਂਜ ਆਏਗਾ, 9.8 ਮੀਟਰ ਪਰ ਸੈਕਿੰਡ ਦਾ। ਤਾਂ ਸਿੰਪਲ ਜੀ ਗੱਲ ਹੈ, ਜਿੰਨੀ ਰੇਟ ਦੇ ਨਾਲ ਪਹਿਲੀ ਬੁਲੇਟ ਐਸਲਰੇਟ ਕਰ ਰਹੀ ਹੈ, ਸੇਮ ਰੇਟ ਦੇ ਨਾਲ ਦੀ ਨਾਲ ਹੀ ਸੈਕਿੰਡ ਵਾਲੀ ਬੁਲੇਟ ਵੀ ਐਸਲਰੇਟ ਕਰੇਗੀ। ਐਂਡ ਸਿੰਪਲ ਇਟ ਮੇਕ ਸੈਂਸ ਕਿ ਦੋਨੋਂ ਸੇਮ ਟਾਈਮ ਦੇ ਉੱਤੇ ਜ਼ਮੀਨ ਦੇ ਉੱਤੇ ਲੈਂਡ ਕਰੂਗੀਆਂ। ਦੇਖੋ ਅੱਗੇ ਪਿੱਛੇ ਕਦੋਂ ਲੈਂਡ ਕਰੂਗੀਆਂ, ਜੇ ਇਦਾਂ ਹੁੰਦਾ ਮੰਨ ਲਓ ਕਿ ਜਿਹੜੀ ਪਹਿਲੀ ਬੁਲੇਟ ਹੈ ਉਹਦੀ ਐਸਲਰੇਸ਼ਨ ਕੁਝ ਹੋਰ ਹੈ ਵਰਟੀਕਲ ਡਾਇਰੈਕਸ਼ਨ ਦੇ ਵਿੱਚ, ਸੈਕਿੰਡ ਬੁਲੇਟ ਦੀ ਵਰਟੀਕਲ ਡਾਇਰੈਕਸ਼ਨ ਦੇ ਵਿੱਚ ਐਸਲਰੇਸ਼ਨ ਕੁਝ ਹੋਰ ਹੈ, ਉੱਦਾਂ ਦੇ ਕੇਸ 'ਚ ਆਫ ਕੋਰਸ ਇਦਾਂ ਹੋਣਾ ਸੀਗਾ ਕਿ ਜੇ ਇੱਕ ਪਾਰਟੀਕੂਲਰ ਬੁਲੇਟ ਦੀ ਮੰਨ ਲਓ ਐਸਲਰੇਸ਼ਨ ਜ਼ਿਆਦਾ ਹੈ, ਰਾਈਟ, ਲੈਟਸ ਸੇ ਐਸਲਰੇਸ਼ਨ ਇਜ਼ ਇਕੁਅਲਸ ਟੂ 20 ਮੀਟਰ ਪਰ ਸੈਕਿੰਡ ਸਕੁਅਰ, ਦੂਸਰੀ ਜਿਹੜੀ ਬੁਲੇਟ ਹੈ ਉਹਦੀ ਐਸਲਰੇਸ਼ਨ ਮੰਨ ਲਓ ਘੱਟ ਹੁੰਦੀ, ਸਿਰਫ ਜਿਵੇਂ ਐਸਲਰੇਸ਼ਨ ਡਿਊ ਟੂ ਗ੍ਰੈਵਿਟੀ ਆ ਮੰਨ ਲਓ ਇਹਦੇ ਕੇਸ 'ਚ 9.8 ਮੀਟਰ ਪਰ ਸੈਕਿੰਡ ਸਕੁਅਰ, ਇਦਾਂ ਦੇ ਕੇਸ 'ਚ ਜਿਹਦੀ ਐਸਲਰੇਸ਼ਨ ਜ਼ਿਆਦਾ ਉਹ ਵਾਲੀ ਬੁਲੇਟ ਪਹਿਲਾਂ ਜ਼ਮੀਨ ਤੇ ਲੈਂਡ ਕਰ ਜਾਏਗੀ। ਬਟ ਬਿਕੋਜ਼ ਦੋਨੋਂ ਹੀ ਜਿਹੜੀਆਂ ਬੁਲੇਟਸ ਦੇ ਉੱਤੇ ਜਿਹੜੀ ਐਸਲਰੇਸ਼ਨ ਹੈ ਉਹ ਸਿਰਫ ਡਿਊ ਟੂ ਗ੍ਰੈਵਿਟੀ ਐਕਟ ਕਰ ਰਹੀ ਹੈ, ਰਾਈਟ, ਗ੍ਰੈਵਿਟੀ ਤੋਂ ਇਲਾਵਾ ਹੋਰ ਕੋਈ ਫੋਰਸ ਨਹੀਂ ਲੱਗ ਰਹੀ ਬੁਲੇਟਸ ਦੇ ਉੱਤੇ ਜਿਹੜੀ ਉਹਨਾਂ ਨੂੰ ਵਰਟੀਕਲ ਡਾਇਰੈਕਸ਼ਨ ਦੇ ਵਿੱਚ ਐਸਲਰੇਟ ਕਰੇ। ਸੋ ਇਸ ਕਰਕੇ ਦੋਨੋਂ ਬੁਲੇਟਸ ਸੇਮ ਹੀ ਟਾਈਮ ਦੇ ਉੱਤੇ ਜ਼ਮੀਨ ਦੇ ਉੱਤੇ ਲੈਂਡ ਕਰੂਗੀਆਂ। ਡਜ਼ ਨਾਟ ਮੈਟਰ ਕਿ ਉਹਨਾਂ ਦੀ ਇਸ ਪਾਰਟੀਕੂਲਰ ਡਾਇਰੈਕਸ਼ਨ ਦੇ ਵਿੱਚ, ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ ਕਿੰਨੀ ਵੈਲੋਸਿਟੀ ਹੈ। ਕੁਐਸਚਨ ਨੰਬਰ 17, ਐਟ ਦ ਅਪਰ ਮੋਸਟ ਪੁਆਇੰਟ ਆਫ ਦ ਪ੍ਰੋਜੈਕਟਾਈਲ, ਆਪਾਂ ਇੱਕ ਪ੍ਰੋਜੈਕਟਾਈਲ ਫਾਇਰ ਕੀਤਾ ਇਸ ਪਾਰਟੀਕੂਲਰ ਡਾਇਰੈਕਸ਼ਨ ਦੇ ਵਿੱਚ, ਰਾਈਟ। ਸੋ ਜਦੋਂ ਆਪਣੇ ਮੈਕਸਿਮਮ ਹਾਈਟ ਵਾਲੇ ਪੁਆਇੰਟ ਤੇ ਪਹੁੰਚ ਗਿਆ, ਇੱਕਦਮ ਟੌਪ ਮੋਸਟ ਪੁਆਇੰਟ ਦੇ ਉੱਤੇ, ਤਾਂ ਕਹਿੰਦਾ ਉਹਦੀ ਵੈਲੋਸਿਟੀ ਤੇ ਐਸਲਰੇਸ਼ਨ ਦੇ ਵਿੱਚ ਕਿੰਨਾ ਐਂਗਲ ਹੁੰਦਾ ਹੈ। ਇੱਕ ਚੀਜ਼ ਆਪਾਂ ਨੂੰ ਪਤਾ ਹੈ, ਐਟ ਦ ਟੌਪ ਮੋਸਟ ਪੁਆਇੰਟ ਜਿਹੜੀ ਬੋਡੀ ਦੀ ਵਰਟੀਕਲ ਵੈਲੋਸਿਟੀ ਹੁੰਦੀ ਹੈ ਦੈਟ ਇਜ਼ ਕੰਪਲੀਟਲੀ ਜ਼ੀਰੋ, ਰਾਈਟ, ਬਿਕੋਜ਼ ਇੱਥੇ ਆਪਾਂ ਕੀ ਕਹਿ ਰਹੇ ਹਾਂ ਕਿ ਜਿਹੜਾ ਪ੍ਰੋਜੈਕਟਾਈਲ ਸੀਗਾ ਉਹ ਆਲਰੇਡੀ ਹਾਈਐਸਟ ਪੁਆਇੰਟ ਤੇ ਹੈ, ਇਹ ਤੋਂ ਬਾਅਦ ਹੋਰ ਜ਼ਿਆਦਾ ਉਹ ਵਰਟੀਕਲ ਐਕਸਿਸ ਦੇ ਵਿੱਚ ਮੂਵ ਨਹੀਂ ਕਰੇਗਾ। ਜੇ ਆਪਾਂ ਇੰਸਟੈਂਟੇਨੀਅਸਲੀ ਦੇਖਾਂਗੇ ਨਾ ਉਸ ਪਰਟੀਕੂਲਰ ਟਾਈਮ ਇੰਟਰਵਲ ਤੇ, ਇੱਕ ਛੋਟੇ ਜਿਹੇ ਟਾਈਮ ਇੰਟਰਵਲ ਦੇ ਵਿੱਚ ਜੇ ਮੈਂ ਇਹਨੂੰ ਆਬਜ਼ਰਵ ਕਰੂੰਗਾ ਤਾਂ ਇਸ ਬੋਡੀ ਦਾ ਜਿਹੜਾ ਮੋਸ਼ਨ ਹੋਏਗਾ ਇਟ ਵਿਲ ਬੀ ਓਨਲੀ ਇਨ ਦਾ ਐਕਸ ਐਕਸਿਸ, ਦੈਟ ਮੀਨਸ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ, ਠੀਕ ਹੈ। ਦੈਟ ਮੀਨਸ ਬੋਡੀ ਦੀ ਜੋ ਵੀ ਇਸ ਪਰਟੀਕੂਲਰ ਟਾਈਮ ਤੇ ਇਹਦੀ ਵੈਲੋਸਿਟੀ ਹੈ ਉਹਦੀ ਡਾਇਰੈਕਸ਼ਨ ਕਿੱਦਾਂ ਦੀ ਹੋਊਗੀ, ਲਾਈਕ ਦਿਸ। ਐਂਡ ਇਸੇ ਪਰਟੀਕੂਲਰ ਟਾਈਮ ਦੇ ਉੱਤੇ ਜੇ ਬੋਡੀ ਦੀ ਐਸਲਰੇਸ਼ਨ ਦੇਖਣੀ ਹੋਵੇ ਇਟ ਵਿਲ ਬੀ ਲਾਈਕ ਦਿਸ, ਬਿਕੋਜ਼ ਇਹਦੇ ਉੱਤੇ ਐਕਟ ਕਰ ਰਹੀ ਹੈ ਐਸਲਰੇਸ਼ਨ, ਵੈਲੋਸਿਟੀ ਦੀ ਡਾਇਰੈਕਸ਼ਨ ਹੋਈ ਹੈ ਐਂਡ ਯੂ ਕੈਨ ਕਲੀਅਰਲੀ ਸੀ ਕਿ ਦੋਨਾਂ ਦੇ ਵਿੱਚ ਐਂਗਲ ਕਿੰਨਾ ਬਣ ਰਿਹਾ ਹੈ, 90 ਡਿਗਰੀਜ਼ ਦਾ। ਸੋ ਐਟ ਦ ਅਪਰ ਮੋਸਟ ਪੁਆਇੰਟ ਆਫ ਦਾ ਪ੍ਰੋਜੈਕਟਾਈਲ ਜਿਹੜੀ ਵੈਲੋਸਿਟੀ ਐਂਡ ਐਸਲਰੇਸ਼ਨ ਹੁੰਦੀਆਂ ਦੋਨੋਂ ਇੱਕ ਦੂਜੇ ਦੇ ਪਰਪੈਂਡੀਕੂਲਰ ਹੁੰਦੀਆਂ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਕੁਐਸਚਨ ਨੰਬਰ 18, ਵਿਚ ਆਫ ਦਾ ਫੋਲੋਇੰਗ ਚੇਂਜਸ ਵੈਨ ਅ ਪਾਰਟੀਕਲ ਇਜ਼ ਮੂਵਿੰਗ ਵਿਦ ਯੂਨੀਫਾਰਮ ਵੈਲੋਸਿਟੀ, ਜਦੋਂ ਇੱਕ ਪਾਰਟੀਕਲ ਯੂਨੀਫਾਰਮ ਵੈਲੋਸਿਟੀ ਦੇ ਨਾਲ ਮੂਵ ਕਰ ਰਿਹਾ ਤਾਂ ਕਿਹੜੀ ਕੁਆਂਟੀਟੀ ਦੇ ਵਿੱਚ ਚੇਂਜ ਆਏਗਾ। ਲੈਟਸ ਸੀ, ਯੂਨੀਫਾਰਮ ਵੈਲੋਸਿਟੀ ਹੈ, ਦੈਟ ਮੀਨਸ ਵੈਲੋਸਿਟੀ ਦਾ ਮੈਗਨੀਟਿਊਡ ਚੇਂਜ ਨਹੀਂ ਹੋ ਰਿਹਾ, ਵੈਲੋਸਿਟੀ ਦਾ ਮੈਗਨੀਟਿਊਡ ਚੇਂਜ ਨਹੀਂ ਹੋ ਰਿਹਾ ਤਾਂ ਸਿੰਪਲ ਜੀ ਗੱਲ ਹੈ ਸਪੀਡ ਵੀ ਚੇਂਜ ਨਹੀਂ ਹੋ ਰਹੀ ਹੋਣੀ, ਹੈ ਨਾ। ਯੂਨੀਫਾਰਮ ਵੈਲੋਸਿਟੀ ਮਤਲਬ ਇੱਕ ਪਰਟੀਕੂਲਰ ਡਾਇਰੈਕਸ਼ਨ 'ਚ ਬੋਡੀ ਜਾਈ ਜਾ ਰਹੀ ਹੈ ਸੇਮ ਪਰਟੀਕੂਲਰ ਸਪੀਡ ਦੇ ਨਾਲ, ਮੰਨ ਲਓ ਜੇ 40 ਕਿਲੋਮੀਟਰ ਪਰ ਆਰ ਦੇ ਨਾਲ ਜਾ ਰਹੀ ਹੈ ਤਾਂ ਨਾ ਤਾਂ ਉਹ ਡਾਇਰੈਕਸ਼ਨ ਚੇਂਜ ਕਰ ਰਹੀ ਹੈ ਐਂਡ ਨਾ ਹੀ ਉਹ ਸਪੀਡ ਚੇਂਜ ਕਰ ਰਹੀ ਹੈ। ਯੂਨੀਫਾਰਮ ਵੈਲੋਸਿਟੀ ਦਾ ਇਹ ਮਤਲਬ ਹੈ, ਠੀਕ ਹੈ। ਸੋ ਕਿਹੜੀ ਕੁਆਂਟੀਟੀ ਚੇਂਜ ਕਰੇਗੀ, ਦੇਖੋ ਸਪੀਡ ਤਾਂ ਚੇਂਜ ਕਰੇਗੀ ਨਹੀਂ, ਜੇ ਯੂਨੀਫਾਰਮ ਵੈਲੋਸਿਟੀ ਹੈ ਤਾਂ ਸਪੀਡ ਵੀ ਕੌਨਸਟੈਂਟ ਹੋਏਗੀ। ਵੈਲੋਸਿਟੀ ਕਿਸੇ ਵੀ ਪਰਟੀਕੂਲਰ ਟਾਈਮ ਤੇ ਵੈਲੋਸਿਟੀ ਚੇਂਜ ਨਹੀਂ ਹੋ ਰਹੀ, ਜੇ 40 ਹੈ ਤਾਂ 40 ਹੀ ਹੈ, ਠੀਕ ਹੈ। ਸੋ ਇੰਸਟੈਂਟੇਨੀਅਸ ਵੈਲੋਸਿਟੀ ਵੀ ਕੌਨਸਟੈਂਟ ਹੈ। ਵਟ ਅਬਾਊਟ ਦਾ ਐਸਲਰੇਸ਼ਨ, ਹੁਣ ਜੇ ਪਰਟੀਕੂਲਰ ਜਿਹੜੀ ਬੋਡੀ ਹੈ ਉਹਦੀ ਵੈਲੋਸਿਟੀ ਯੂਨੀਫਾਰਮ ਹੈ, 40 ਹੈ ਤਾਂ 40 ਹੈ, ਤਾਂ ਸਿੰਪਲ ਜੀ ਗੱਲ ਬੋਡੀ ਐਸਲਰੇਟ ਵੀ ਨਹੀਂ ਕਰ ਰਹੀ, ਰਾਈਟ, ਦੈਟ ਮੀਨਸ ਬੋਡੀ ਦੀ ਐਸਲਰੇਸ਼ਨ ਦੇ ਵਿੱਚ ਵੀ ਕੋਈ ਚੇਂਜ ਨਹੀਂ ਆਏਗਾ। ਕਿਹੜਾ ਆਪਸ਼ਨ ਬਚਿਆ, ਆਪਸ਼ਨ ਡੀ, ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਬਿਕੋਜ਼ ਦੇਖੋ ਲੈਟਸ ਸਪੋਜ਼ ਆਪਾਂ ਇੱਕ ਕਾਰਟੇਜ਼ਨ ਕੋਆਰਡੀਨੇਟ ਸਿਸਟਮ ਬਣਾਉਂਦੇ ਹਾਂ, ਰਾਈਟ, ਲੈਟਸ ਸੇ ਦਿਸ ਇਜ਼ ਐਕਸ ਐਕਸਿਸ, ਦਿਸ ਇਜ਼ ਵਾਈ ਐਕਸਿਸ, ਦਿਸ ਇਜ਼ ਜ਼ੈਡ ਐਕਸਿਸ। ਸੋ ਜੇ ਇੱਕ ਬੋਡੀ ਸਭ ਤੋਂ ਪਹਿਲਾਂ ਮੰਨ ਲਓ ਇਸ ਪਰਟੀਕੂਲਰ ਪੁਆਇੰਟ ਤੇ ਸੀ ਐਟ ਪੁਆਇੰਟ ਏ, ਟਾਈਮ ਜਦੋਂ ਟੀ ਇਕੁਅਲ ਟੂ 0 ਸੈਕਿੰਡ ਸੀ, ਠੀਕ ਹੈ। ਸੋ ਆਫਟਰ ਸਮ ਟਾਈਮ ਲੈਟਸ ਸਪੋਜ਼ ਬੋਡੀ ਕੋਈ ਵੀ ਪਰਟੀਕੂਲਰ ਪਾਥ ਵਗੈਰਾ ਲੈ ਕੇ ਇੱਥੇ ਪਹੁੰਚ ਗਈ ਬੀ ਤੇ, ਰਾਈਟ, ਜਾਂ ਲੈਟਸ ਸਪੋਜ਼ ਆਪਾਂ ਕਿਤੇ ਹੋਰ ਡਰੋ ਕਰਦੇ ਹਾਂ, ਲੈਟਸ ਸਪੋਜ਼ ਇੱਥੇ ਪਹੁੰਚ ਗਈ। ਹੁਣ ਕਿਹੜੀ ਕੁਆਂਟੀਟੀ ਦੇ ਵਿੱਚ ਚੇਂਜ ਆਇਆ ਹੈ, ਪੋਜੀਸ਼ਨ ਵੈਕਟਰ ਦੇ ਵਿੱਚ, ਕਿਉਂਕਿ ਦੇਖੋ ਜਦੋਂ ਬੋਡੀ ਏ ਪੁਆਇੰਟ ਤੇ ਸੀ ਤਾਂ ਪੋਜੀਸ਼ਨ ਵੈਕਟਰ ਆਹ ਸੀ, ਜਦੋਂ ਬੀ ਤੇ ਪਹੁੰਚ ਗਈ ਤਾਂ ਪੋਜੀਸ਼ਨ ਵੈਕਟਰ ਇਹ ਹੈ, ਰਾਈਟ। ਸੋ ਜਦੋਂ ਵੀ ਕੋਈ ਬੋਡੀ ਮੂਵ ਕਰ ਰਹੀ ਹੈ ਪੋਜੀਸ਼ਨ ਵੈਕਟਰ ਨੇ ਤਾਂ ਚੇਂਜ ਹੋਣਾ ਹੀ ਹੋਣਾ, ਰਾਈਟ, ਬਿਕੋਜ਼ ਸਿੰਪਲ ਜੀ ਗੱਲ ਹੈ ਓਰੀਜਨ ਦੇ ਵਿਦ ਰਿਸਪੈਕਟ ਟੂ ਜਦ ਪੋਜੀਸ਼ਨ ਹੀ ਚੇਂਜ ਹੋਗੀ ਤਾਂ ਪੋਜੀਸ਼ਨ ਵੈਕਟਰ ਤਾਂ ਚੇਂਜ ਹੋਏਗਾ ਹੀ ਹੋਏਗਾ, ਠੀਕ ਹੈ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। Question number 19, a child accidentally drops a brick from a high building. What is its speed after the 4 seconds? 4 सेकंड ਦੇ ਬਾਅਦ ਉਸ ਬ੍ਰਿਕ ਦੀ ਕਿੰਨੀ ਸਪੀਡ ਹੋਏਗੀ। ਇਕੁਏਸ਼ਨਸ ਆਫ ਮੋਸ਼ਨ ਯੂਜ਼ ਕਰਾਂਗੇ, v is equals to u plus at, ਰਾਈਟ। ਦੇਖੋ s is equals to ut plus half at square ਹੋਗੀ, ਜਾਂ ਫਿਰ ਜਿਹੜੀ v square minus
u ਦਾ ਸਕੁਆਇਰ ਇਜ਼ ਇਕੁਅਲਸ ਟੂ 2as। ਆ ਜਿਹੜੀਆਂ ਇਕੁਏਸ਼ਨਸ ਸੀਗੀਆਂ ਇਹਨਾਂ ਨੂੰ ਆਪਾਂ ਕਿਉਂ ਨਹੀਂ ਯੂਜ਼ ਕੀਤਾ? ਬਿਕੋਜ਼ ਇਹਨਾਂ ਦੇ ਵਿੱਚ ਇੱਕ ਅਨਨੋਨ ਵੇਰੀਏਬਲ ਆਂਦਾ ਪਿਆ ਜਿਹੜਾ ਕੀ ਹੈ ਡਿਸਪਲੇਸਮੈਂਟ s, ਜਿਹੜੀ ਕਿ ਆਪਾਂ ਨੂੰ ਨਹੀਂ ਪਤਾ। ਆਪਾਂ ਨੂੰ ਨਹੀਂ ਪਤਾ ਕਿ 4 ਸੈਕਿੰਡ ਬਾਅਦ ਜਿਹੜੀ ਉਹ ਇੱਟ ਹੈਗੀ ਹੈ ਉਹਦੀ ਕਿੰਨੀ ਡਿਸਪਲੇਸਮੈਂਟ ਹੈ। ਫਾਈਂਡ ਕਰ ਸਕਦੇ ਹਾਂ ਇੰਡਾਇਰੈਕਟਲੀ ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ, ਬਟ ਇੰਨੀ ਕੰਪਲੈਕਸ ਆਪਾਂ ਕਿਉਂ ਪੈਣਾ ਜਦੋਂ ਆਪਾਂ ਕੋਲ ਆ ਸਿੰਪਲ ਜੀ ਇਕੁਏਸ਼ਨ ਹੈ। ਠੀਕ ਹੈ, ਸੋ v is equals to u plus at, v is equals to initial velocity 0 plus acceleration ਦੀ ਜਗ੍ਹਾ ਆਪਾਂ 10 ਕੰਸੀਡਰ ਕਰ ਲੈਂਦੇ ਹਾਂ 10 ਮੀਟਰ ਪਰ ਸੈਕਿੰਡ ਸਕੁਆਇਰ ਐਂਡ ਇਨਟੂ ਟਾਈਮ ਦੀ ਵੈਲਿਊ 4 ਸੈਕਿੰਡਸ। ਸੋ ਸਿੰਪਲੀ ਆਪਾਂ ਕੋਲ v ਕਿੰਨਾ ਆ ਜਾਏਗਾ 40, 10 4s are 40, ਸੋ 40 ਮੀਟਰ ਪਰ ਸੈਕਿੰਡ velocity ਹੋਏਗੀ ਉਸ ਇੱਟ ਦੀ after the 4 seconds। Option number A is the right answer। This is the last question of this video। The displacement time graph of two cars A and B is shown in the figure। Which of the cars move faster? Find ਕਰਨ ਦਾ ਦੇਖੋ ਇੱਕ ਆ ਵੀ ਤਰੀਕਾ ਹੈ by calculating the slope of these two lines। Let's suppose ਜਿਵੇਂ ਇਸ ਕਾਰ ਨੂੰ ਮੈਂ ਕਾਰ A ਨਾਮ ਦੇ ਦੇਣਾ, ਇਹਨੂੰ B। ਦੋਨਾਂ ਦੀ ਜਿਹੜੀ ਸਲੋਪ ਹੈ ਉਹਨੂੰ ਆਪਾਂ ਫਾਈਂਡ ਕਰੀਏ ਐਂਡ ਦੇਖ ਲਈਏ ਕਿਹਦੀ ਸਲੋਪ ਘੱਟ ਹੈ ਕਿਹਦੀ ਜ਼ਿਆਦਾ, ਉੱਥੋਂ ਆਪਾਂ ਆਈਡੀਆ ਲਗਾ ਸਕਦੇ ਹਾਂ ਕਿ ਕਿਹੜੀ ਕਾਰ ਫਾਸਟ ਹੈ ਕਿਹੜੀ ਸਲੋ। ਬਟ ਸਭ ਤੋਂ ਸਟ੍ਰੇਟ ਫਾਰਵਰਡ ਵੀ ਇੱਕ ਤਰੀਕਾ ਹੁੰਦਾ, ਕੁਝ ਨਹੀਂ ਕਰਨ ਦੀ ਲੋੜ। ਦੇਖੋ ਇੱਕ ਪਰਟੀਕੂਲਰ ਟਾਈਮ ਕੰਸੀਡਰ ਕਰ ਲਓ, ਲੈਟਸ ਸਪੋਜ਼ ਆਹ ਵਾਲਾ ਟਾਈਮ ਹੈ। ਇਸ ਪਰਟੀਕੂਲਰ ਟਾਈਮ ਦੇ ਅਕੋਰਡਿੰਗਲੀ ਦੇਖੋ A ਕਾਰ ਨੇ ਇੰਨੇ ਟਾਈਮ 'ਚ ਕਿੰਨੀ ਡਿਸਪਲੇਸਮੈਂਟ ਕੀਤੀ ਹੈ, ਸਿਰਫ ਇੰਨੀ। ਉਹੀ ਜੇ ਸੇਮ ਪਰਟੀਕੂਲਰ ਟਾਈਮ 'ਤੇ ਮੈਂ ਦੇਖਾਂ ਕਿ B ਵਾਲੀ ਜਿਹੜੀ ਕਾਰ ਹੈ ਉਹਨੇ ਕਿੰਨੀ ਡਿਸਪਲੇਸਮੈਂਟ ਕੀਤੀ ਹੈ, ਯੂ ਕੈਨ ਕਲੀਅਰਲੀ ਸੀ ਕਿ B ਕਾਰ ਦੀ ਡਿਸਪਲੇਸਮੈਂਟ ਜ਼ਿਆਦਾ ਹੈ ਸੇਮ ਟਾਈਮ 'ਚ। ਸੋ ਜਿਹੜੀ ਕਾਰ B ਹੋਏਗੀ ਦੈਟ ਇਜ਼ ਫਾਸਟਰ, ਕਾਰ A ਜਿਹੜੀ ਹੋਏਗੀ ਦੈਟ ਇਜ਼ ਸਲੋ। ਉਹਨੇ ਕੀ ਪੁੱਛਿਆ ਸੀਗਾ ਵਿਚ ਆਫ ਦਾ ਕਾਰ ਮੂਵ ਫਾਸਟਰ, so car B is faster। Option number B is the right answer।